सतनाम वाहिगुरु साहिब जी। जग जीवन ऐसा सुपने जैसा, जीवन सुपन समानं। साच कर हम गाठ दीनी, छोड़ परम निदानं। बाबा माया मोहित कीना, जिन ज्ञान रतन हिर लीना। नैन देख पतंग उरजै, पस न देखे आग। काल फास ना मुगद चेतै, कनिक कामन लाग। कर विचार विकार परहर, तरन तारन सोए। कह कबीर जग जीवन ऐसा, दुतिया नाही कोए। बेसुमार अथाह अगनत अतुलै, जो बुलावो त्यों नानक दास बोले। सतनाम वाहिगुरु साहिब जी। कबीर राम ना ध्यायो, मोटी लागी खोर। काया हांडी काठ की, ना ओह चरह बहोर। कबीर ऐसी होए परी, मन को भावत कीना। मरने ते क्या डरपना, जब हाथ सिदौरा लीना। कबीर रस को गांडो चूसीए, गुण कौ मरिए रोए। अवगुनियारी मानसै, पलो ना कह है कोई। कबीर गागर जल परी, आज काल जह फूट। गुर जो ना चेत है अपनो, अदमाज लीजहगे लूट। गुर जो ना चेत है अपनो, अदमाज लीजहगे लूट। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल कृपा निध दया निध गुण निध करुणा निध सतगुरु श्री गुरु ग्रंथ साहिब जी दीन दयाल पातशाह सतगुरु साहिब जी की अपार मेहरामत है, जो अपनी मेहर भरी
ਬਖਸ਼ਿਸ਼ ਭਰੀ ਨਵਾਜ਼ਿਸ਼ ਭਰੀ ਨਜ਼ਰ ਕਰਕੇ ਸਾਨੂੰ ਸਭ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਸਤਸੰਗਤ ਰੂਪ ਦੇ ਵਿੱਚ ਅਧਿਆਤਮਿਕ ਅਭਿਆਸ ਕਰਦਿਆਂ ਹੋਇਆਂ ਸਾਨੂੰ ਸਾਡੇ ਜੀਵਨ ਮਨੋਰਥ ਦੀ ਪ੍ਰਾਪਤੀ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹਾਂ ਜੋ ਸਤਿਗੁਰੂ ਕੀ ਮਿਹਰਾਮਤ ਨੂੰ ਗੁਰੂ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਮਾਨਣ ਦਾ, ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਕੀ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ, ਭਗਤ ਕਬੀਰ ਸਾਹਿਬ ਜੀ, ਤਿਨਾਂ ਦੇ ਰਚਿਤ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਸ਼ਰਵਣ ਕਰਕੇ ਵਿਚਾਰ ਰੂਪ ਦੇ ਵਿੱਚ ਕਥਾ ਸ਼ਰਵਣ ਕਰਕੇ ਆਪ ਦੀ ਬਖਸ਼ਿਸ਼ ਨੂੰ ਮਾਨਣ ਦਾ ਯਤਨ ਕਰ ਰਹੇ ਸੀ। ਲੜੀਵਾਰ ਬਾਣੀ ਦੀ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਮਨੁੱਖ ਦਾ ਜੀਵਨ ਜੋ ਵੀ ਹੈ ਜਦੋਂ ਅਵਗੁਣਾਂ ਦੇ ਪ੍ਰਭਾਵ ਵਿੱਚ ਆ ਜਾਵੇ ਤਾਂ ਉਹ ਪ੍ਰਭੂ ਦੀ ਨਜ਼ਰ ਤੋਂ ਦੂਰ ਚਲਿਆ ਜਾਂਦਾ ਹੈ ਅਤੇ ਫਿਰ ਉਹਨੂੰ ਜੀਵਨ ਦੇ ਵਿੱਚ ਉਭਰਨ ਦਿਆਂ ਮੌਕਾ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਗੁਣਾਂ ਦਾ ਅਭਿਆਸ ਯਕੀਨਨ ਕਰਦੇ ਰਹਿਣਾ ਚਾਹੀਦਾ ਹੈ। ਤਾਂ ਇਸੇ ਪ੍ਰਕਾਰ ਜਿਸ ਹਿਰਦੇ ਵਿੱਚ ਮੈਲ ਹੈ, ਜਿਵੇਂ ਮੈਲਾ ਵਸਤਰ ਹੋਵੇ ਤਾਂ ਅਸੀਂ ਨਹੀਂ ਪਹਿਨਦੇ, ਮੈਲੀ ਕੋਈ ਚੀਜ਼ ਹੋਵੇ ਭਾਵੇਂ ਫਰੀ ਦੇ ਵਿੱਚ ਵੀ ਪ੍ਰਾਪਤ ਹੋ ਰਹੀ ਹੋਵੇ ਅਸੀਂ ਨਹੀਂ ਲੈਂਦੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ, ਅਗਰ ਹਿਰਦਾ ਮਲੀਨ ਹੈ, ਚਿੱਤ ਮਲੀਨ ਹੈ ਅਤੇ ਪ੍ਰਭੂ ਦੀ ਭਗਤੀ ਵੱਲ ਜਿਹੜਾ ਧਿਆਨ ਨਹੀਂ ਜੁੜ ਸਕਦਾ। ਇਸ ਕਰਕੇ ਆਪਣੇ ਹਿਰਦੇ ਨੂੰ ਪਾਪ ਦੀ ਮੈਲ ਤੋਂ ਰਹਿਤ ਰੱਖਣਾ ਚਾਹੀਦਾ ਹੈ। ਇਸੇ ਪ੍ਰਕਾਰ ਜਗਤ ਦੇ ਵਿੱਚ ਜਗਤ ਦੇ ਰੋਗਾਂ ਦਾ ਉਪਚਾਰ ਕਰਨ ਵਾਲਾ ਵੀ ਵੈਦ ਇੱਥੋਂ ਕੂਚ ਕਰਨ ਵਾਲਾ ਹੈ, ਰੋਗੀ ਵੀ ਕਰਨ ਵਾਲਾ ਹੈ। ਇੱਕੋ ਥਿਰ ਅਕਾਲ ਪੁਰਖ ਹੈ ਜੋ ਨਾ ਕੂਚ ਕਰੇਗਾ, ਸਦੀਵ ਰਹੇਗਾ ਔਰ ਨਾ ਹੀ ਉਹਨੂੰ ਰੋਣ ਦੇ ਹਿੱਤ ਕਿਸੇ ਨੂੰ ਲੋੜ ਪਏਗੀ। ਭਾਵ ਕਿ ਅਕਾਲ ਪੁਰਖ ਦੀ ਸਰਵਉੱਚਤਾ ਬਿਆਨ ਕਰਦਿਆਂ ਸਾਨੂੰ ਸਮਝਾਇਆ ਸੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਰਾਮ ਨਾ ਧਿਆਇਓ, ਮੋਟੀ ਲਾਗੀ ਖੋਰ। ਅਧਿਆਤਮ ਦਾ ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਬਣਦਾ ਹੈ ਉਹ ਇਹ ਬਣਦਾ ਹੈ ਕਿ ਮਨੁੱਖ ਨੇ ਅਧਿਆਤਮ ਦੇ ਮਾਰਗ ਨੂੰ ਚੁਣਨਾ ਕਿਉਂ ਹੈ। ਹੁਣ ਉਦਾਹਰਨ ਦੇ ਤਲ 'ਤੇ ਇੱਕ ਵਿਦਿਆਰਥੀ ਜਾਂ ਇੱਕ ਵਿਦਿਆਰਥੀ ਦਾ ਪਰਿਵਾਰ ਕਿਸੇ ਵਿਦਿਆਲੇ ਦੀ ਚੋਣ ਕਰਦਾ ਹੈ, ਉੱਥੇ ਉਹ 10-12 ਸਾਲ ਆਪਣੀ ਵਿੱਦਿਆ ਦੀ ਸਾਧਨਾ ਕਰਦਾ ਹੈ ਤਾਂ ਉਹਦਾ ਇੱਕ ਕਾਰਨ, ਉਹਦਾ ਇੱਕ ਮਨੋਰਥ, ਇੱਕ ਮੰਤਵ ਹੈ ਕਿ ਉਹ ਚਾਹੁੰਦਾ ਕਿ ਜਦੋਂ ਤੱਕ ਉਹ ਜੋਬਨ ਅਵਸਥਾ 'ਤੇ ਆਵੇ ਜਾਂ ਜਦੋਂ ਤੱਕ ਬਾਲਗ ਅਵਸਥਾ ਤੱਕ ਪਹੁੰਚੇ ਅਤੇ ਸੰਸਾਰ ਦੀ ਬੜੇ ਵਿਸ਼ਿਆਂ ਕਰਕੇ ਇਹਨੂੰ ਚੰਗੀ ਤਰ੍ਹਾਂ ਸੂਝ ਹੋ ਜਾਵੇ, ਫਿਰ ਆਪਣੇ ਅਨੁਭਵ ਦੇ ਹਿਸਾਬ ਨਾਲ ਇਸ ਸੰਸਾਰ ਵਿੱਚ ਵਰਤੋਂ ਵਿਵਹਾਰ ਸਿੱਖ ਲਵੇ, ਇਹਨੂੰ ਨੈਤਿਕਤਾ ਦਾ, ਸਮਾਜਿਕਤਾ ਦਾ, ਸੱਭਿਆਚਾਰਕ ਜਿਹੜੇ ਨੇਮ ਹਨ ਉਹਨਾਂ ਦਾ ਚੰਗੀ ਤਰ੍ਹਾਂ ਗਿਆਨ ਹੋ ਜਾਏ। ਹੁਣ ਜਿਹੜੇ ਮਨੁੱਖ ਨੇ ਅਧਿਆਤਮ ਦੇ ਵਿੱਚ ਮਾਰਗ 'ਤੇ ਆਪਣੇ ਕਦਮ ਰੱਖੇ ਨੇ ਉਹਦਾ ਮਨੋਰਥ ਕੀ ਹੋਣਾ ਚਾਹੀਦਾ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਉਸ ਦੇ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਕਿ ਆਪਣੇ ਆਪ ਨੂੰ ਉਜਵਲ ਰੱਖਣਾ। ਸਰੀਰ ਕਰਕੇ ਹਰ ਕੋਈ ਆਪਣੇ ਆਪ ਨੂੰ ਪਾਕ ਸਾਫ਼ ਰੱਖਦਾ ਹੈ, ਪਰ ਆਪਣੇ ਵਿਚਾਰਾਂ ਕਰਕੇ, ਆਪਣੀ ਚਿਤਵਣੀ ਕਰਕੇ, ਆਪਣੇ ਦ੍ਰਿਸ਼ਟੀਕੋਣ ਕਰਕੇ ਆਪਣੇ ਨਜ਼ਰੀਏ ਨੂੰ ਇੰਨਾ ਜ਼ਿਆਦਾ ਸੰਤੁਲਿਤ, ਸਵੱਛ ਅਤੇ ਇੰਨਾ ਸਪਸ਼ਟ ਰੱਖਣਾ, ਇਸ ਦੇ ਲਈ ਅਧਿਆਤਮਿਕ ਦਾ ਮਾਰਗ
ਚੁਣਨਾ ਜ਼ਰੂਰੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਰਾਮ ਨਾ ਧਿਆਇਓ। ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਉੱਤਮ ਕੋਈ ਕਾਰ ਨਹੀਂ ਕਮਾਈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੋਟੀ ਲਾਗੀ ਖੋਰ, ਅਤੇ ਉਹਨਾਂ ਦੇ ਜੀਵਨ ਨੂੰ ਵੱਡੇ ਭਾਰੀ ਐਬ ਲੱਗੇ ਹੋਏ ਹਨ। ਕਾਇਆ ਹਾਂਡੀ ਕਾਠ ਕੀ ਨਾ ਉਚਰੈ ਬਹੋਰ। ਤੇ ਜਿਹੜੀ ਕਾਇਆ ਹੈ ਇਹ ਲੱਕੜ ਦੀ ਹਾਂਡੀ ਵਰਗੀ ਹੈ। ਲੱਕੜ ਦੀ ਹਾਂਡੀ ਵਿੱਚ ਇੱਕ ਵਾਰੀ ਭੋਜਨ ਪੱਕ ਜਾਂਦਾ ਹੈ, ਦੁਬਾਰਾ ਨਹੀਂ ਪਕਾਇਆ ਜਾ ਸਕਦਾ, ਕਿਉਂਕਿ ਉਹ ਅੱਗ ਦੇ ਨਾਲ ਜਲ ਜਾਂਦੀ ਹੈ। ਸ਼ਾਇਦ ਆਪ ਜੀ ਝਾਰਖੰਡ ਆਦਿਕ ਜਿਹੜੇ ਪ੍ਰਦੇਸ਼ ਨੇ ਇੱਥੋਂ ਦੇ ਭੋਜਨ ਪਕਾਉਣ ਦੇ ਤਰੀਕੇ ਤੋਂ ਜਾਣੂ ਹੋਵੋ। ਉੱਥੇ ਕੀ ਹੈ, ਚੌਲ ਆਦਿਕ ਪਕਾਉਣੇ ਹੁੰਦੇ ਨੇ ਤਾਂ ਉਹ ਬਾਂਸ ਆਦਿਕ ਦਾ ਰੁੱਖ ਹੈ ਜਿਹੜਾ, ਉਹਨੂੰ ਲੈ ਕੇ ਇੱਕ ਤਰਫ ਤੋਂ ਬੰਦ ਕਰਕੇ ਉਹਦੇ ਵਿੱਚ ਪਾ ਕੇ ਅਤੇ ਅੱਗ ਦੇ ਉੱਪਰ ਰੱਖ ਦਿੰਦੇ ਨੇ। ਹੋਰ ਵੀ ਜਿਹੜੀ ਵਸਤ ਬਣਾਉਣੀ ਹੁੰਦੀ ਹੈ, ਵਸਤ ਤਾਂ ਬਣ ਜਾਂਦੀ ਹੈ, ਪਰ ਉਹ ਬਾਂਸ ਦਾ ਜਿਹੜਾ ਖੋਲ ਜਿਹਾ ਹੁੰਦਾ ਹੈ ਉਹ ਜਲ ਜਾਂਦਾ, ਦੁਬਾਰਾ ਕੰਮ ਨਹੀਂ ਆਉਂਦਾ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਸਾਨੂੰ ਸਮਝਾ ਰਹੇ ਹਨ, ਕਾਇਆ ਹਾਂਡੀ ਕਾਠ ਕੀ। ਹੁਣ ਬੜੇ ਮਨੁੱਖਾਂ ਨੂੰ ਇਸੇ ਤਲ 'ਤੇ ਮਨੁੱਖ ਅਟਕਿਆ ਰਹਿੰਦਾ ਹੈ ਕਿ ਉਹ ਆਪਣੇ ਆਪ ਨੂੰ ਸਰੀਰ ਸਮਝ ਕੇ ਅਤੇ ਸਾਰੀ ਜ਼ਿੰਦਗੀ ਸਰੀਰ ਨੂੰ ਸੰਭਾਲਣ, ਸਰੀਰ ਨੂੰ ਥਿਰ ਰੱਖਣ ਦੇ, ਜਾਂ ਸਰੀਰ ਦੀ ਔਧ ਵਧਾਉਣ ਦੇ, ਜਾਂ ਸਰੀਰ ਦੇ ਹੀ ਰਸਾਂ ਕਸਾਂ ਦੇ ਭੋਗਣ ਤੱਕ ਸੀਮਤ ਰਹਿ ਜਾਂਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ। ਹੁਣ ਜੇ ਅਗਲੀ ਪੰਗਤੀ ਨੂੰ ਪਹਿਲੀ ਪੰਗਤੀ ਦੇ ਸਨਮੁਖ ਰੱਖ ਕੇ ਵਾਚੀਏ ਤਾਂ ਇਹਦਾ ਭਾਵ ਬਣਦਾ ਕਾਇਆ ਹਾਂਡੀ ਕਾਠ ਕੀ। ਜਿਵੇਂ ਖੋਰੀ ਇੱਕ ਤਰ੍ਹਾਂ ਦਾ ਬਾਲਣ ਹੁੰਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੋਟੀ ਲਾਗੀ। ਇਸੇ ਪ੍ਰਕਾਰ ਜਿਹੜੀ ਕਾਇਆ ਮਿਲੀ ਹੈ ਇਹਦੇ ਥੱਲੇ ਅਵਗੁਣਾਂ ਦੀ ਅੱਗ ਮਨੁੱਖ ਰੋਜ਼ਾਨਾ ਬਾਲ ਰਿਹਾ ਹੈ। ਜਿਹੜੀ ਕਾਇਆ ਮਿਲੀ ਹੈ ਇਹਦੇ ਥੱਲੇ ਮਨੁੱਖ ਨੇ ਭਾਰੀ ਵਿਕਾਰਾਂ ਦੇ ਜਿਹੜੇ ਐਬ ਹਨ ਉਹਨਾਂ ਦੀ ਅੱਗ ਨੂੰ ਰੋਜ਼ਾਨਾ ਬਾਲ ਰਿਹਾ ਹੈ, ਅਤੇ ਸਮਝ ਰਿਹਾ ਕਿ ਇਹਨਾਂ ਕਰਕੇ ਜਿਹੜੇ ਸਰੀਰ ਦੇ ਤਲ 'ਤੇ ਵਿਕਾਰਾਂ ਦੀ ਮਾਇਆਵੀ ਭਾਵ ਨੂੰ ਕਮਾ ਰਿਹਾ ਹਾਂ, ਸ਼ਾਇਦ ਇਹੀ ਸਭ ਤੋਂ ਉਚੇਰੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੱਲ ਯਾਦ ਰੱਖਣ ਯੋਗ ਹੈ। ਇਹ ਤਾਂ ਹੈ ਕਿ ਵਿਕਾਰਾਂ ਦੇ ਰਸਤਾ ਮਾਣੇ ਜਾਣਗੇ, ਪਰ ਇੰਨੀ ਗੱਲ ਯਾਦ ਰੱਖਣ ਯੋਗ ਹੈ ਕਿ ਦੁਬਾਰਾ ਇਹ ਜਿਹੜੀ ਦੇਹ ਹੈ ਭਾਵ ਕਿ ਹਾਂਡੀ ਹੈ ਇਹ ਪ੍ਰਾਪਤ ਨਹੀਂ ਹੋਵੇਗੀ, ਇਹ ਜਲ ਰਹੀ ਹੈ। ਇਸ ਗੱਲ ਦਾ ਦੀਰਘ ਭਾਵ ਐਸਾ ਬਣਦਾ ਹੈ ਕਿ ਜਿਵੇਂ ਲੱਕੜ ਦੀ ਹਾਂਡੀ ਹੈ ਅਤੇ ਲੱਕੜ ਦੀ ਹਾਂਡੀ ਵਿੱਚ ਭੋਜਨ ਪਕਾਉਣ ਵਾਲੇ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਸੜ ਜਾਏਗੀ ਜਾਂ ਭੋਜਨ ਪਕਾਉਣ ਤੋਂ ਬਾਅਦ ਵੀ ਸਾਬਤ ਰਹੇਗੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਧਿਆਤਮ ਦੇ ਤਲ 'ਤੇ ਮਨੁੱਖ ਇੰਨਾ ਚੇਤਨ ਹੋਣਾ ਚਾਹੀਦਾ ਹੈ ਕਿ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਜਿਹੜੇ ਵਿਕਾਰਾਂ ਦੇ ਰਸ ਮੈਂ ਭੋਗ ਰਿਹਾ ਹਾਂ, ਜਾਂ ਜਿਹੜੇ ਵਿਕਾਰਾਂ ਦੇ ਭਾਵਾਂ ਦੇ ਮਗਰ ਲਾ ਕੇ ਆਪਣੇ ਜੀਵਨ ਦੀ ਅਮੋਲਕ ਰਾਸ ਨੂੰ ਗਵਾ ਰਿਹਾ ਹਾਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਯਾਦ ਰੱਖਣ ਯੋਗ ਹੈ ਕਿ ਇਹਨਾਂ ਵਿਕਾਰਾਂ ਦੇ ਨਾਲ ਜੀਵਨ ਦੇ ਰੰਗ ਤਮਾਸ਼ੇ ਜੇ ਤਾਂ ਮਨੁੱਖ ਮਾਣ ਲਏਗਾ, ਪਰ ਜੇ ਸੋਚੇਗਾ ਕਿ ਦੁਬਾਰਾ ਫਿਰ ਇਹ ਦੇਹ ਮਿਲ ਜਾਏ ਅਤੇ ਦੁਬਾਰਾ ਫਿਰ ਇਹਨਾਂ ਵਿਸ਼ਿਆਂ ਵਿਕਾਰਾਂ ਨੂੰ ਉਸੇ ਤਰ੍ਹਾਂ ਭੋਗਾਂ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ ਉਹ ਚਰੈ ਬਹੋਰ। ਦੁਬਾਰਾ ਹਾਂਡੀ ਜਿਹੜੀ ਅੱਗ 'ਤੇ ਨਹੀਂ ਚੜ੍ਹੇਗੀ। ਇਸ ਦਾ ਭਾਵ ਇਹ ਹੈ ਕਿ ਜਿਹੜੀ ਸਾਨੂੰ ਸਰੀਰ ਪ੍ਰਾਪਤ ਹੁੰਦਾ ਹੈ, ਅਧਿਆਤਮ ਦੇ ਵਿੱਚ ਸਰੀਰ ਦਾ ਵੀ ਬੜਾ ਵੱਡਾ ਅਰਥ ਗਿਣਿਆ ਗਿਆ ਹੈ। ਸਰੀਰ ਦੇ ਬੜੇ ਵੱਡੇ ਅਰਥ ਦਾ ਮਤਲਬ ਹੈ ਕਿ ਮਨੁੱਖ ਨੂੰ ਯਾਦ ਰਹੇ। ਹੁਣ ਦੇਖੋ, ਸਾਡੇ ਜਿੰਨੇ ਕਰਮ ਇੰਦਰੇ ਹਨ ਉਹ ਸਾਡੇ ਸਰੀਰ ਵਿੱਚ ਵਾਸ ਕਰਦੇ ਨੇ। ਸਰੀਰ ਬਣਿਆ ਅਤੇ ਸਰੀਰ ਦੇ ਨਾਲ ਗਿਆਨ ਇੰਦਰੇ, ਕਰਮ ਇੰਦਰੇ ਇਕੱਠੇ ਜੁੜੇ ਹਨ। ਅੱਖਾਂ ਸਰੀਰ ਵਿੱਚ ਨੇ, ਕੰਨ ਸਰੀਰ ਵਿੱਚ ਨੇ, ਪਰ ਇਹਦੇ ਅੰਦਰ ਇੱਕ ਵਿਆਪਤ ਮਨ ਹੈ ਜਿਹੜਾ ਸਾਡੇ ਕਰਮ ਇੰਦਰੀਆਂ ਦੇ ਕਰਮ ਨੂੰ ਭ੍ਰਸ਼ਟ ਕਰਦਾ ਹੈ। ਉਹ ਹੈ ਜਿਵੇਂ ਮਨ ਦੇ ਵਿੱਚ ਵਾਸਨਾ ਮਲੀਨ ਹੈ, ਉਹ ਨੇਤਰਾਂ ਦੇ ਸਹਿਤ ਜਿਹੜਾ ਕਰਮ ਹੈ ਉਹ ਮਲੀਨ ਕਰਵਾ ਦਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੋਟੀ ਲਾਗੀ ਖੋਰ। ਮਨੁੱਖ ਇਸ ਗੱਲ ਤੋਂ ਅਚੇਤ ਰਹਿੰਦਾ ਹੈ ਕਿ ਕਾਇਆ ਦੇ ਵਿੱਚ ਵਿਆਪਕ ਜਿਹੜੇ ਮੇਰੇ ਕਰਮ ਇੰਦਰੇ ਹਨ ਇਹਨਾਂ ਦੇ ਨਾਲ ਮਨੁੱਖ ਕਿੰਨੇ ਮਲੀਨ ਕਰਮ ਕਰ ਬੈਠਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਤਾ ਕਿਤੇ ਖਿਆਲ ਰਹੇ ਕਿ ਕਾਇਆ ਹਾਂਡੀ ਕਾਠ ਕੀ, ਕਿ ਆਹ ਜਿਹੜਾ ਜੀਵਨ ਹੈ ਵਿਕਾਰਾਂ ਦੇ ਮਗਰ ਲੱਗ ਕੇ ਦੁਨੀਆ ਦੇ ਰਸ ਕਸ ਭੋਗਦਿਆਂ ਬਤੀਤ ਕੀਤਾ ਹੈ ਕਿ ਸ਼ਾਇਦ ਦੁਬਾਰਾ ਕਿਤੇ ਪ੍ਰਾਪਤ ਹੋ ਜਾਏਗਾ। ਪਹਿਲਾ ਭਾਵ ਇਸ ਦਾ ਇਹ ਹੈ।
ਦੂਜਾ ਭਾਵ ਸ਼ਲੋਕ ਦਾ ਹੈ ਮੋਟੀ ਲਾਗੀ ਖੋਰ। ਮੋਟੀ ਲਾਗੀ ਖੋਰ ਦਾ ਭਾਵ ਕਿ ਜਦੋਂ ਐਬ ਬੜੇ ਭਾਰੀ ਹੋ ਗਏ ਨੇ ਜੀਵਨ ਦੇ ਵਿੱਚ, ਜਦੋਂ ਐਬਾਂ ਦਾ ਸਿਲਸਿਲਾ ਬੜਾ ਵੱਧ ਗਿਆ ਅਤੇ ਫਿਰ ਭਾਵੇਂ ਉਹ ਜਿਵੇਂ ਹੁਣ ਕਈ ਮਨੁੱਖਾਂ ਦੇ ਜੀਵਨ 'ਚ ਕੋਈ ਔਗਣ ਬਣ ਜਾਂਦਾ, ਸਾਰੀ ਜ਼ਿੰਦਗੀ ਯਤਨ ਕਰਦੇ ਨੇ ਪਰ ਉਹ ਔਗਣ ਜਾਂਦਾ ਨਹੀਂ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੋਟੀ ਲਾਗੀ ਖੋਰ। ਜਦੋਂ ਐਡੇ ਭਾਰੀ ਐਬ ਲੱਗ ਗਏ ਨੇ ਮਾਨਸਿਕ ਤਲ 'ਤੇ ਇਹ ਦੇਹ ਦਾ ਭਾਂਡਾ ਤਾਂ ਬਿਨਸ ਜਾਏਗਾ, ਪਰ ਇਹ ਦੇਹ ਦਾ ਭਾਂਡਾ ਬਿਨਸਣ ਤੋਂ ਬਾਅਦ ਜਿਹੜੇ ਐਬਾਂ ਵਾਲਾ ਮਨ ਹੈ, ਜਦੋਂ ਇਹ ਨਵੇਂ ਭਾਂਡੇ ਨੂੰ ਫਿਰ ਧਾਰਨ ਕਰੇਗਾ ਅਤੇ ਇਹਨੂੰ ਫਿਰ ਅਵਕਾਰਾਂ ਦੀ ਅੱਗ ਦੇ ਵਿੱਚ ਹੀ ਜਲਾਏਗਾ। ਇਸ ਕਰਕੇ ਨਾ ਉਹ ਚਰੈ ਬਹੋਰ, ਕਿ ਇੱਕ ਵਾਰੀ ਜਦੋਂ ਇਹਨੇ ਆਪਣਾ ਸੁਭਾਅ ਵੀ ਧਾਰਨ ਕਰ ਲਿਆ ਹੈ ਅਤੇ ਉਦੋਂ ਤੱਕ ਇਹ ਜਲਦਾ ਹੀ ਰਹੇਗਾ। ਭਾਵ ਕਿ ਜਦੋਂ ਤੱਕ ਮਨੁੱਖ ਆਪਣੇ ਅੰਤਰ ਮਨ ਨੂੰ ਖਾਲੀ ਨਹੀਂ ਕਰਦਾ, ਅੰਤਰ ਮਨ ਨੂੰ ਖਾਲੀ ਕਰਨ ਦਾ ਭਾਵ ਕਿ ਉਹ ਆਪਣੇ ਵਿਕਾਰਾਂ ਦੇ ਰਸਾਂ ਕਸਾਂ ਦੇ ਭੋਗਣ ਦੀ ਪ੍ਰਵਿਰਤੀ ਨੂੰ ਨਹੀਂ ਛੱਡਦਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਚਿਰ ਕਾਇਆ ਜਿਹੜੀ ਹਾਂਡੀ ਹੈ ਇਹ ਜਲਦੀ ਰਹੇਗੀ, ਜਿਹੜਾ ਸਰੀਰ ਹੈ ਵਿਕਾਰਾਂ ਰੂਪ ਦੇ ਵਿੱਚ ਖੋਖਲਾ ਹੁੰਦਾ ਹੀ ਰਹੇਗਾ। ਇਸੇ ਪ੍ਰਕਾਰ ਜੇ ਅਸੀਂ ਸਰੀਰਕ ਤਲ 'ਤੇ ਇਸ ਗੱਲ ਨੂੰ ਵਾਚੀਏ ਤਾਂ ਜਿਵੇਂ ਕ੍ਰੋਧ ਆਦਿਕ ਦੀ ਅਗਨੀ ਹੈ, ਕਿਹਾ ਜਾਂਦਾ ਕਿ 72 ਘੰਟੇ ਦੇ ਲਈ ਮਨੁੱਖ ਦੀ ਜਿਹੜੀ ਆਮ ਸਰੀਰਕ ਕਿਰਿਆ ਇਹਨੂੰ ਜਿਹੜਾ ਹੈ ਪ੍ਰਭਾਵਿਤ ਕਰ ਦਿੰਦੀ ਹੈ। ਤਾਂ ਇਸੇ ਪ੍ਰਕਾਰ ਕਿੰਨੇ ਭਿਆਨਕ ਹਨ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਇਆ ਹਾਂਡੀ ਕਾਠ ਕੀ, ਮਤਾ ਕੋਈ ਇਹ ਮਨੁੱਖ ਸੋਚੇ। ਹੁਣ ਇਹਦਾ ਇੱਕ ਹੋਰ ਵੀ ਭਾਵ ਇਹ ਹੈ ਕਿ ਮਨੁੱਖ ਬਹੁਤੀ ਵਾਰੀ ਆਪਣੀ ਜ਼ੁਬਾਨ ਦੇ ਤਲ 'ਤੇ ਜਿਉਂਦਾ, ਤਾਂ ਗੁਰਬਾਣੀ ਅਸੀਂ ਆਸਾ ਦੀ ਵਾਰ ਦੇ ਵਿੱਚ ਬਚਨ ਪੜ੍ਹਦੇ ਹਾਂ, ਅੰਨ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ ਪਾਪੀ ਸਿਓ ਤਨ ਗੱਡਿਆਂ ਥੁੱਕਾ ਪਈਆਂ ਤਿੱਤ। ਇਹ ਦੇਹ ਇੰਨੀ ਮਲੀਨ ਹੈ, ਗੁਰੂ ਸਾਹਿਬ ਜੀ ਕਹਿੰਦੇ ਕਿ ਜਦ ਇਹਦੇ ਨਾਲ ਅੰਨ ਰੂਪ ਦੇਵਤੇ, ਜਿਨ੍ਹਾਂ ਨੂੰ ਅੰਨ ਦੇਵਤਾ ਕਿਹਾ ਜਾਂਦਾ ਹੈ, ਅਗਨ ਦੇਵਤਾ ਕਿਹਾ ਜਾਂਦਾ ਹੈ, ਜਦੋਂ ਇਸ ਦੇਹ ਦੇ ਨਾਲ ਛੂਹ ਗਏ ਅਤੇ ਉਹ ਦੇਵਤੇ ਵੀ ਮਲੀਨ ਹੋ ਗਏ, ਉਹਨਾਂ ਦੇ ਉੱਪਰ ਥੁੱਕਣ ਦੀ ਜਿਹੜੀ ਕਿਰਿਆ ਬਣ ਗਈ। ਇਸ ਕਰਕੇ ਜੇ ਇਹ ਦੇਹ ਰਾਮ ਨਾਮ ਧਿਆਉਣ ਦਾ ਪਵਿੱਤਰ ਕਰਮ ਨਹੀਂ ਕਮਾਉਂਦੀ ਅਤੇ ਇਹ ਅਤ ਮਲੀਨ ਹੈ। ਗੁਰਬਾਣੀ 'ਚ ਵਾਕ ਪ੍ਰਾਪਤ ਹਨ, ਨਾਮ ਬਿਨਾ ਜੋ ਪਹਿਰੈ ਖਾਏ ਜੋ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾ ਤ੍ਰਿਗ ਕਰਮ ਕਰਾਸ ਕਾਗ ਬਤਨ ਬਿਸ਼ਟਾ ਮਹਿਵਾਸ। ਨਾਮ ਨਾ ਧਿਆਇਓ ਦਾ ਭਾਵ ਕਿ ਅਗਰ ਕੋਈ ਮਨੁੱਖ ਆਪਣੇ ਪਰਮ ਮਨੋਰਥ ਨੂੰ ਯਾਦ ਰੱਖ ਕੇ ਆਪਣੇ ਜੀਵਨ ਵਿੱਚ ਸ਼ੁਭ ਕਰਮਾਂ ਦੀ ਕਾਰ ਨਹੀਂ ਕਮਾਉਂਦਾ ਅਤੇ ਵਿਕਾਰਾਂ ਦੇ ਮੈਲ ਵਾਲੇ ਸੁਭਾਅ ਵਿੱਚ ਪਰਚਿਆ ਰਹਿੰਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੋਟੀ ਲਾਗੀ ਖੋਰ। ਅਤੇ ਇਹ ਜਿਹੜੀ ਖੋਰੀ ਭਾਵ ਜਲ ਰਹੀ ਹੈ, ਵਿਕਾਰਾਂ ਦੀ ਅੱਗ, ਇਹ ਜੀਵਨ ਨੂੰ ਸਾੜ ਕੇ ਸੁਆਹ ਕਰ ਦੇਗੀ ਅਤੇ ਮਨੁੱਖ ਇੱਥੋਂ ਤੱਕ ਹੀ ਰਹਿ ਜਾਏਗਾ ਅਤੇ ਉਹਨੂੰ ਜੀਵਨ ਦਾ ਕੋਈ ਅਗਲਾ ਮਨੋਰਥ ਨਹੀਂ ਪ੍ਰਾਪਤ ਹੋਏਗਾ। ਇਸ ਕਰਕੇ ਅਧਿਆਤਮ ਦਾ ਸਭ ਤੋਂ ਵੱਡਾ ਲਾਭ ਕੀ ਹੈ ਕਿ ਮਨੁੱਖ ਨੂੰ ਇਹਦੇ ਸਭ ਤੋਂ ਉਚੇਰੇ ਰੂਪ ਦੀ ਸੋਝੀ ਕਰਾਉਂਦਾ ਹੈ। ਹੁਣ ਕਈ ਬੰਦੇ ਮਿਲਦੇ ਹਨ, ਉਹਨਾਂ ਨੇ ਜੀਵਨ ਦਾ ਮਨੋਰਥ ਇੰਨਾ ਕੀ ਮਿਥਿਆ ਹੁੰਦਾ ਹੈ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਜਾਂ ਵੀ ਦੁਨੀਆ ਦੇ ਜਿਹੜੇ ਰੰਗ ਤਮਾਸ਼ੇ ਨੇ ਇੰਨਾ ਕੀ ਜੀਵਨ ਦਾ ਮਨੋਰਥ ਹੈ। ਤਾਂ ਮਨੁੱਖ ਵਿਚਾਰ ਕਰਕੇ ਦੇਖੇ ਕਿ ਜੇ ਜ਼ੁਬਾਨ ਦੇ ਰਸਕਾਸੀ ਭੋਗਣੇ ਨੇ ਤਾਂ ਇਹ ਤਾਂ ਪਸ਼ੂ ਪੰਛੀਆਂ ਨੂੰ ਵੀ ਪ੍ਰਾਪਤ ਨੇ। ਸਾਡੇ ਨਾਲੋਂ ਚੰਗੇ ਅਤੇ ਤਾਜ਼ਾ ਫਲ ਤਾਂ ਪੰਛੀ ਵੀ ਖਾ ਲੈਂਦੇ ਨੇ। ਜੇ ਮਨੁੱਖ ਨੇ ਕੇਵਲ ਵਿਸ਼ੇ ਵਿਕਾਰ ਭੋਗ ਕੇ ਔਲਾਦ ਨੂੰ ਜਨਮ ਦੇ ਕੇ ਜਾਂ ਹਰ ਵੇਲੇ ਵਿਕਾਰਾਂ ਦੇ ਵਿੱਚ ਹੀ ਗ੍ਰਸਤ ਰਹਿਣਾ, ਇਹ ਤਾਂ ਪਸ਼ੂ ਵੀ ਕਰ ਲੈਂਦੇ ਨੇ। ਪਸ਼ੂ ਵੀ ਸਾਡੇ ਵਾਂਗ ਵਿਸ਼ੇ ਵਿਕਾਰ ਭੋਗਦੇ ਨੇ ਬਿਨਾਂ ਕਿਸੇ ਗੱਲ ਨੂੰ ਵਾਚਿਆਂ, ਜਿੱਥੇ ਉਹਨਾਂ ਦਾ ਜਿਵੇਂ ਦਾ ਕਰਮ ਹੈ। ਤਾਂ ਇਸੇ ਪ੍ਰਕਾਰ ਖਾਣ ਪੀਣ ਦੀ ਔਤ ਤੱਕ ਜਾਂ ਵਿਸ਼ੇ ਵਿਕਾਰ ਭੋਗਣ ਤੱਕ, ਜੇ ਇੱਥੋਂ ਤੱਕ ਹੀ ਮਨੁੱਖ ਦਾ ਜੀਵਨ ਸੀਮਤ ਹੈ, ਤਾਂ ਗੁਰਬਾਣੀ 'ਚ ਕਿਹਾ ਗਿਆ ਕਰਤੂਤ ਪਸ਼ੂ ਕੀ ਮਾਨਸ ਜਾਤ। ਬੜਾ ਹੈਰਾਨ ਹੋਇਆ ਮੈਂ ਇੱਕ ਦਿਨ ਪੜ੍ਹ ਕੇ ਕਿ ਪਸ਼ੂ ਦੇ ਅਰਥ ਹੁੰਦੇ ਨੇ ਰੁਕਿਆ ਹੋਇਆ। ਅਸੀਂ ਪਸ਼ੂ ਦੇ ਅਰਥ ਸਮਝਦੇ ਹਾਂ ਸ਼ਾਇਦ 4 ਲੱਤਾਂ ਵਾਲਾ ਜਾਨਵਰ ਜਿਹਦੇ ਉੱਪਰ 2 ਸਿੰਗ ਹੋਣ, ਪਰ ਪਸ਼ੂ ਦਾ ਅਰਥ ਮਿਲਿਆ ਪੜ੍ਹਨ ਦੇ ਵਿੱਚ ਕਿ ਰੁਕਿਆ ਹੋਇਆ, ਮਤਲਬ ਕਿ ਉਹ 4 ਲੱਤਾਂ ਦੇ ਤਲ 'ਤੇ ਰੁਕਿਆ ਹੈ, ਉੱਥੋਂ ਤੱਕ ਉਹਦੀ ਚੇਤਨਾ ਦਾ ਕੋਈ ਵਿਕਾਸ ਨਹੀਂ। ਉਹਦੇ ਕੋਲ 2 ਹੀ ਅਰਥ ਨੇ ਕਿ ਪੇਟ ਭਰ ਕੇ ਚਾਰਾ ਮਿਲ ਜਾਏ, ਤਾਂ ਜਦੋਂ ਕਦੇ ਮਨ ਦੇ ਵਿੱਚ ਹੁਲਾਸ ਜਿਹਾ ਪੈਦਾ ਹੋਇਆ ਤਾਂ ਵਿਕਾਰ ਭੋਗ ਲਏ ਜਾਣ। ਜੇ ਇੰਨਾ ਹੀ ਮਨੁੱਖ ਦਾ ਮਨੋਰਥ ਹੈ ਤਾਂ ਫਿਰ ਮਨੁੱਖ ਨੂੰ ਉੱਤਮ ਜੂਨ ਕਹਿਣ ਦਾ ਕੀ ਅਰਥ ਹੈ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੈ ਬਹੋਰ। ਜਿਹੜੀ ਵਿਕਾਰਾਂ ਦੀ ਜਾਂ ਐਬਾਂ ਦੀ ਅੱਗ ਜ਼ਿੰਦਗੀ 'ਚ ਬਲ ਰਹੀ ਹੈ,
ਜੇ ਬੁਝ ਜਾਏ ਤਾਂ ਠੀਕ ਹੈ, ਅਗਰ ਨਾ ਬੁਝੀ ਤਾਂ ਜਿਹੜੀ ਸਰੀਰ ਰੂਪ ਹਾਂਡੀ ਜਲ ਕੇ ਰਾਖ ਹੋ ਜਾਏਗੀ, ਸ਼ੁਭ ਕਰਮ ਨਹੀਂ ਪਕਾਏ ਜਾਣਗੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਜੀਵਨ ਹੀ ਚਲਾ ਗਿਆ, ਫਿਰ ਜੀਵਨ ਦੇ ਨਾਲ ਜੇ ਕੋਈ ਮਨੋਰਥ ਨਾ ਕਮਾਇਆ ਗਿਆ ਤਾਂ ਫਿਰ ਉਸ ਜੀਵਨ ਦਾ, ਉਸ ਦੇਹ ਦਾ ਲਾਭ ਕੀ। ਇਸ ਕਰਕੇ ਗੁਰਬਾਣੀ 'ਚ ਇਹ ਵੀ ਵਾਕ ਆਉਂਦੇ ਹਨ, ਇਸ ਦੇਹੀ ਕੇ ਅਧਿਕ ਕਾਮ, ਕਿ ਜੇ ਇਸ ਦੇਹੀ ਦੇ ਨਾਲ ਦੁਨੀਆ ਦੇ ਇੰਨੇ ਕੰਮ ਅਸੀਂ ਸਵਾਰ ਸਕਦੇ ਹਾਂ ਤਾਂ ਇਸ ਦੇਹੀ ਦੇ ਨਾਲ ਆਪਣਾ ਜੀਵਨ ਵੀ ਸਵਾਰ ਸਕਦੇ ਹਾਂ। ਕਬੀਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨ। ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਇੱਕ ਬੜੇ ਕਮਾਲ ਦੇ ਨੁਕਤੇ ਉੱਪਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦੁਨੀਆਦਾਰੀ ਦੇ ਵਿੱਚ ਕੀ ਹੁੰਦਾ ਹੈ ਕਿ ਮਨੁੱਖ ਬੇਈਮਾਨੀ ਕਰਦਾ ਹੈ, ਚੋਰੀ ਕਰਦਾ ਹੈ, ਠੱਗੀ ਕਰਦਾ ਹੈ, ਘਬਰਾਉਂਦਾ ਨਹੀਂ। ਬਹੁਤ ਮਨੁੱਖ ਐਸੇ ਹਨ ਬੜਾ ਉਪਦਰਵ ਕਰ ਰਹੇ ਨੇ ਪਰ ਘਬਰਾਉਂਦੇ ਨਹੀਂ। ਪਰ ਦੁਨੀਆ ਦਾ ਅਧਿਆਤਮਿਕ ਮਾਰਗ 'ਤੇ ਚੱਲ ਕੇ ਥੋੜ੍ਹੀ ਜਿਹੀ ਕਠਿਨ ਸਾਧਨਾ ਕਰਨੀ ਪੈ ਜਾਏ ਤਾਂ ਮਨੁੱਖ ਘਬਰਾ ਉੱਠਦੇ ਨੇ, ਕਹਿੰਦੇ ਨੇ ਇਹ ਬੜਾ ਮੁਸ਼ਕਿਲ ਹੈ, ਇਹ ਸਾਥੋਂ ਨਹੀਂ ਹੋਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਐਸੀ ਹੋਏ ਪਰੀ, ਮਨ ਕੋ ਪਾਵਤ ਕੀਨ, ਕਿ ਪਰੀ ਭਾਵ ਕਿ ਮਨ ਨੂੰ ਸੋਹਣੀ ਲੱਗੀ ਹੈ, ਭਗਤੀ ਦਾ ਸਰੂਪ ਸੋਹਣਾ ਲੱਗਾ ਹੈ, ਅਤੇ ਭਗਤੀ ਦਾ ਸਰੂਪ ਦੇਖ ਕੇ ਸੋਚਿਆ ਕਿ ਇਸ ਮਾਰਗ ਦੇ ਉੱਪਰ ਚੱਲਿਆ ਜਾਵੇ। ਕਹਿੰਦੇ ਜਦੋਂ ਭਗਤੀ ਦੇ ਮਾਰਗ 'ਤੇ ਕਦਮ ਰੱਖ ਲਏ ਤਾਂ ਫਿਰ ਦੇਖਿਆ ਕਿ ਇਸ ਮਾਰਗ 'ਤੇ ਚੱਲਣ ਦੇ ਨਾਲ ਸਾਦਗੀ, ਨਿਮਰਤਾ, ਖਿਮਾ, ਸਹਿਣਸ਼ੀਲਤਾ, ਵੈਰਾਗ, ਮਾਇਆ ਦੇ ਰਸਾਂ ਕਸਾਂ ਤੋਂ ਉਪਰਾਮਤਾ, ਦੁਨਿਆਵੀ ਆਕਰਸ਼ਣ ਤੋਂ ਦੂਰ ਰਹਿਣਾ, ਆਪਣੇ ਆਤਮ ਸਰੂਪ ਦੇ ਨਿਕਟ ਰਹਿ ਕੇ, ਇਸ ਤਰ੍ਹਾਂ ਦਾ ਕਹਿੰਦੇ ਜਦੋਂ ਅਭਿਆਸ ਕਰਨਾ ਪਿਆ ਤਾਂ ਫਿਰ ਕਹਿੰਦੇ ਇਹ ਮਾਰਗ ਬੜਾ ਔਖਾ, ਇਹ ਛੱਡ ਦੇਣਾ ਹੈ, ਇਸ 'ਤੇ ਨਹੀਂ ਟਿਕਿਆ ਜਾਂਦਾ। ਸਾਡੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਰਨੇ 'ਤੇ ਕਿਆ ਡਰਪਨਾ ਜਬ ਹਾਥ ਸਿਦੌਰਾ ਲੀਨ। ਜੇ ਭਗਤੀ ਦਾ, ਬੰਦਗੀ ਦਾ ਮਾਰਗ ਪਕੜ ਹੀ ਲਿਆ ਹੈ ਤਾਂ ਫਿਰ ਇਸ ਤਰ੍ਹਾਂ ਦੇ ਰਹੋ। ਜਿਵੇਂ ਇਸਤਰੀ ਨੂੰ ਸਤੀ ਕਰਨਾ ਹੁੰਦਾ ਸੀ ਤਾਂ ਪਹਿਲਾਂ ਕੀ ਕੀਤਾ ਜਾਂਦਾ ਸੀ ਕਿ ਸਤੀ ਦੀਆਂ ਵੀ ਆਪੋ ਆਪਣੀਆਂ ਕਿਸਮਾਂ ਰਹੀਆਂ ਨੇ। ਤਾਂ ਇੱਕ ਤਾਂ ਹੁੰਦਾ ਸੀ ਕਿ ਉਸ ਇਸਤਰੀ ਦਾ ਮੁੰਡਨ ਕਰ ਦਿੱਤਾ ਜਾਂਦਾ ਸੀ, ਅਤੇ ਫਿਰ ਉਹਦਾ ਜਿਹੜਾ ਸ਼ਿੰਗਾਰ ਦਾ ਸਮਾਨ ਹੁੰਦਾ ਸੀ ਉਹਦੀ ਥਾਲੀ ਦੇ ਵਿੱਚ ਸਜਾ ਕੇ ਧੂਪ ਆਦਿ ਬਾਲ ਕੇ ਅਤੇ ਉਹਨੂੰ ਉਹ ਥਾਲੀ ਫੜਾ ਦਿੱਤੀ ਜਾਂਦੀ ਸੀ, ਅਤੇ ਕਿਹਾ ਜਾਂਦਾ ਸੀ ਕਿ ਨਗਰ ਦੀ ਆਖਰੀ ਵਾਰੀ ਪਰਿਕਰਮਾ ਕਰ ਲੈ, ਇਸ ਤੋਂ ਬਾਅਦ ਤੈਨੂੰ ਸਤੀ ਹੋਣਾ ਪਏਗਾ, ਭਾਵ ਕਿ ਆਪਣੇ ਪਤੀ ਜਿਹੜਾ ਮੋਇਆ ਹੈ ਉਹਦੇ ਨਾਲ ਜਿਉਂਦਾ ਜਲਣਾ ਪਏਗਾ। ਤਾਂ ਜਿਹੜੀ ਸਤੀ ਇਸਤਰੀ ਨੂੰ ਇਹ ਪਕੜਾ ਦਿੱਤਾ ਜਾਂਦਾ ਸੀ, ਫਿਰ ਉਹ ਕੋਈ ਉਜਰ ਇਤਰਾਜ਼ ਨਹੀਂ ਸੀ ਕਰਦੀ, ਉਹਨੂੰ ਪਤਾ ਹੁਣ ਸਿਧੌਰਾ ਪਕੜ ਲਿਆ, ਹੁਣ ਸੜਨਾ ਹੀ ਪਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੇ ਭੇਖ ਕਰਕੇ ਧਰਮ ਨੂੰ ਅਪਣਾ ਹੀ ਲਿਆ, ਜੇ ਭੇਖ ਕਰਕੇ ਧਰਮੀ ਜਾਂ ਸਿੱਖ ਜਾਂ ਕੁਝ ਹੋਰ ਅਖਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਉਹਦੀ ਮੰਗ ਵੀ ਪੂਰੀ ਕਰੋ। ਭਾਵ ਕਿ ਜੇ ਇਸਤਰੀ ਨੇ ਸਿਧੌਰਾ ਪਕੜੀ ਲਿਆ ਉਹ ਥਾਲ, ਤਾਂ ਇਹਦਾ ਮਤਲਬ ਥੋੜ੍ਹਾ ਕਿ ਹੁਣ ਉਹ ਜਲਣ ਤੋਂ ਨਾ ਕਰ ਸਕਦੀ ਹੈ, ਉਹਨੂੰ ਜਲਣਾ ਹੀ ਪਏਗਾ ਜਦ ਬਲਦੀ ਹੋਈ ਚਿੱਖਾ ਦੇ ਵਿੱਚ। ਅਤੇ ਇਸ ਕਰਕੇ ਜੇ ਧਰਮ ਦਾ ਭੇਖ ਅਪਣਾ ਹੀ ਲਿਆ, ਜੇ ਆਪਣਾ ਨਾਮ ਸਿੱਖ ਅਖਵਾ ਹੀ ਲਿਆ, ਜੇ ਫਕੀਰ ਰਖਵਾ ਲਿਆ, ਭਗਤ ਰਖਵਾ ਲਿਆ, ਤਾਂ ਹੁਣ ਇਹਦੀ ਮੰਗ ਵੀ ਪੂਰੀ ਕਰੋ। ਮੰਗ ਵੀ ਪੂਰੀ ਕਰਨ ਦਾ ਮਤਲਬ ਕੀ ਹੈ? ਸਿੱਖ ਹੈ ਤਾਂ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਥਿਰ ਕਰ, ਦੁਨਿਆਵੀ ਨਿੰਦਿਆ ਭਰੀਆਂ ਮਹਿਫਲਾਂ ਦਾ ਸਾਥ ਛੱਡ ਕੇ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ, ਇਕਾਗਰ ਹੋਣ ਦਾ ਅਭਿਆਸ ਬਣਾ। ਜਿਸ ਪੱਧਰ 'ਤੇ ਦੁਨੀਆ ਭਟਕ ਰਹੀ ਹੈ ਵਿਕਾਰਾਂ ਦੇ ਰਸਾਂ ਕਸਾਂ ਨੂੰ, ਉਹਨਾਂ ਨੂੰ ਛੱਡ ਕੇ ਨਾਮ ਰਸ ਵਾਲੇ ਪਾਸੇ ਕੋਈ ਆਪਣਾ ਕਦਮ ਪੁੱਟ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਮਰਨੇ 'ਤੇ ਕਿਆ ਡਰਪਨਾ। ਔਰ ਭਗਤੀ ਕਰਮ ਮਰਨ ਵਰਗਾ ਹੀ ਹੁੰਦਾ ਹੈ। ਇਹ ਸਾਨੂੰ ਲੱਗਦਾ ਕਿ ਬੜਾ ਸਰਲ ਹੈ। ਕੁਝ ਦਿਨ ਪਹਿਲਾਂ ਇਸ ਵਾਕ ਨੂੰ ਵਿਚਾਰ ਰਿਹਾ ਸੀ ਕਿ ਅਕਸਰ ਵਾਕ ਕਿਹਾ ਜਾਂਦਾ ਹੈ ਕਿ ਜੀ ਹਰ ਵੇਲੇ ਸਿੱਖਦੇ ਰਹਿਣਾ ਚਾਹੀਦਾ। ਇਹਦੇ ਅਸੀਂ ਲਿਟਰਲ ਜੇ ਅਰਥ ਬਣਾ ਲਏ ਨੇ, ਉਹ ਸਾਨੂੰ ਸਕੂਨ ਦਿੰਦੇ ਨੇ, ਉਹਦੇ ਵਿੱਚ ਅਸੀਂ ਆਪਣੀ ਈਗੋ ਸੈਂਟਰਿਕ ਨੂੰ ਜਿਹੜੀ ਹੈ ਥਰਸਟ ਨੂੰ ਪੂਰਾ ਕਰਦੇ ਰਹਿੰਦੇ ਹਾਂ। ਪਰ ਮੈਂ ਕਿਹਾ ਜੇ ਇਸ ਵਾਕ ਨੂੰ ਗਹਿਰਾ ਵਾਚਿਆ ਜਾਏ ਤਾਂ ਕੀ ਅਰਥ ਬਣਦਾ ਹੈ? ਇਸ ਵਾਕ ਨੂੰ ਗਹਿਰਾ ਅਰਥ ਵਾਚਣ ਦਾ ਮਤਲਬ ਕੀ ਹੈ ਕਿ ਮੈਂ ਆਪਣਾ ਮਨ, ਬੁੱਧ, ਚਿੱਤ ਅਤੇ ਸੁਰਤ ਅਤੇ ਆਪਣੀ ਦੇਹ ਇਹ ਗੁਰੂ ਨੂੰ ਅਰਪਣ ਕਰ ਦਿੱਤੇ ਨੇ, ਅਤੇ ਗੁਰੂ ਦਾ ਉਪਦੇਸ਼ ਜੋ ਇਹਨਾਂ ਦੇ ਉੱਪਰ ਜਿਵੇਂ ਬਣਦਾ ਹੈ ਮੈਂ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਣਾ। ਅਤੇ ਜਦੋਂ ਬੰਦਾ ਇਸ ਪ੍ਰੋਸੈਸ ਵਿੱਚ ਪੈ ਜਾਂਦਾ ਹੈ ਅਤੇ ਉਹਦੇ ਉੱਪਰ ਡੈਥ ਵਰਗਾ ਹੀ ਐਕਸਪੀਰੀਅੰਸ ਵਾਪਰਦਾ ਹੈ। ਡੈਥ ਵਰਗਾ ਐਕਸਪੀਰੀਅੰਸ ਵਾਪਰਨ ਦਾ ਮਤਲਬ ਕਿ ਹੁਣ ਨੇਤਰਾਂ ਦੇ ਵਿੱਚ ਦੁਨੀਆ ਦੇ ਰੰਗ ਤਮਾਸ਼ੇ ਦੇਖਣ ਦੀ ਝਾਕ ਹੈ, ਅਤੇ ਉਹਨਾਂ ਨੇਤਰਾਂ ਦੇ ਵਿੱਚ
सच उपदेश नूं धारण करके उहदा अभ्यास करते रहना कि ये नेत्रो मेरो हर तुम मैं जोत तरी हर बिन अवर ना देखो कोई। 24 घंटे का अभ्यास रखो हाँ भला, कितना कठिन है। तो इसे प्रकार भगत कबीर ये सारा कुछ गुरु नूं अर्पण रखना तो गुरु उपदेश नूं धारण कर लेना। जिवें असीं रोज़ाना वाक कहने ना मन विच है सतगुर कै पास, तो उहदा भाव है कि जदों वेच दिता हुण जिवें उदाहरण के तौर पर इन्हां चीज़ कई बारी चीज़ां नूं सरल अर्थ दे नाल मैनूं कल ही किसी ने पुछया सी कि तुसीं अक्सर कहिंदे हो कि गुरबाणी दा चिंतन करया करो, इहदा कोई तरीका भी दसो। तो मैं उहनूं सुभावक सरल जिहा इन्ना की दस सकिया कि वेखो शब्द पढ़दे आ मन विच है सतगुर कै पास। घर दे विच जां दुकानदार कोई सानूं चीज़ वेच दिंदा है, ਉਹ ਅਸੀਂ ਉਹਨੂੰ ਉਹਦੀ ਕੀਮਤ ਅਦਾ ਕਰ ਦਿੰਦੇ ਹਾਂ, ਜਾਂ ਅਸੀਂ ਕੋਈ ਚੀਜ਼ ਵੇਚ ਦਿੰਦੇ ਹਾਂ। ਜਿਹਨੂੰ ਵੇਚੀ ਹੋਵੇ ਅਤੇ ਉਹਦੇ ਘਰੇ ਦੁਬਾਰਾ ਜਾਣਾ ਪੈ ਜਾਏ, ਉੱਥੇ ਜਾ ਕੇ ਇਹ ਥੋੜ੍ਹਾ ਕਹਿੰਦੇ ਆ ਚੀਜ਼ ਸਾਡੀ ਹੈ। ਭਾਵੇਂ ਠੀਕ ਹੈ ਸਾਡੀ ਸੀ ਪਰ ਵੇਚ ਦਿੱਤੀ ਹੈ, ਹੁਣ ਸਾਡੀ ਨਹੀਂ ਹੈ। ਤਾਂ ਇਸੇ ਪ੍ਰਕਾਰ ਬਾਣੀ 'ਚ ਵਾਕ ਨੇ ਮਨ ਦੇ ਰਾਮ ਲਿਆ ਹੈ ਮੋਲ। ਹੁਣ ਜਿਹੜਾ ਮਨ ਗੁਰੂ ਨੂੰ ਅਰਪਣ ਕਰ ਦਿੱਤਾ ਹੈ ਜਾਂ ਜਿਹਦੇ ਬਾਰੇ ਵਾਕ ਕਹਿੰਦੇ ਆ, ਫਿਰ ਉਸ ਮਨ ਆਪਣਾ ਖਿਆਲ ਕਿਵੇਂ ਲੈ ਲਏ। ਜਦੋਂ ਗੁਰੂ ਸਾਹਿਬ ਜੀ ਨੂੰ ਇਸੇ ਪ੍ਰਕਾਰ ਭਾਈ ਝੰਡਾ ਅਤੇ ਭਾਈ ਸੁਦਰ ਸੈਨ ਮਿਲੇ ਨਾ, ਉਹਨਾਂ ਨੇ ਕਿਹਾ ਗੁਰੂ ਸਾਹਿਬ ਜੀ ਸਾਨੂੰ ਗਿਆਨ ਕਰਾ ਦਿਓ। ਗੁਰੂ ਸਾਹਿਬ ਜੀ ਕਹਿੰਦੇ ਕੋਈ ਭੇਟਾ ਦੇਣੀ ਪਏਗੀ। ਉਹ ਕਹਿੰਦੇ ਸਾਰਾ ਰਾਜ ਸਾਰਾ ਕੁਝ ਤੁਹਾਨੂੰ ਅਰਪਣ ਕਰ ਦਿੱਤਾ। ਅਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਸਾਡੇ ਮਨ ਦੀ ਭਟਕਣਾ ਮਿਟ ਜਾਵੇ। ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਦੋਂ ਮਨ ਹੀ ਅਰਪਣ ਕਰ ਦਿੱਤਾ ਹੈ ਤਾਂ ਮਨ ਦਾ ਖਿਆਲ ਬਾਕੀ ਕੀ ਰਹਿ ਗਿਆ। ਉਹ ਕਹਿੰਦੇ ਸਾਨੂੰ ਮੁਕਤੀ ਮਿਲ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਨ ਹੀ ਭੇਟ ਕਰ ਦਿੱਤਾ ਫਿਰ ਮੁਕਤੀ ਦਾ ਖਿਆਲ ਲੈਣਾ ਤੁਹਾਡੀ ਸਮੱਸਿਆ ਨਹੀਂ ਹੈ, ਕਿਉਂਕਿ ਤੁਸੀਂ ਤਾਂ ਮਨ ਅਰਪਣ ਕਰ ਚੁੱਕੇ ਹੋ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਦੌਰਾ ਲੀਨ। ਦੁਨੀਆਦਾਰੀ ਦੀ ਪ੍ਰਤੀਤ ਨਾਲੋਂ ਟੁੱਟਣਾ ਪੈਂਦਾ ਹੈ, ਕਿਉਂਕਿ ਜਿਹੜਾ ਭਗਤੀ ਮਾਰਗ ਹੈ ਤੁਹਾਨੂੰ ਸਾਦਗੀ ਦੇ ਵਿੱਚ ਵੀ ਢਾਲਦਾ ਹੈ, ਤੁਹਾਨੂੰ ਵਿਨਿਮਰਤਾ ਦੇ ਵਿੱਚ ਵੀ ਢਾਲਦਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਦੁਨੀਆ ਦੇ ਵਿੱਚ ਵਿਨਿਮਰਤਾ ਦਾ ਜਿਹੜਾ ਗੁਣ ਹੈ ਉਹ ਕਮਾਉਣਾ ਔਖਾ ਹੈ, ਕਿਉਂਕਿ ਹਰ ਬੰਦਾ ਜਾਂ ਆਪ ਹੁਦਰੇਪਣ ਦੇ ਨਾਲ ਭਰਿਆ ਹੈ। ਹਰ ਪਲ ਪਲ 'ਤੇ ਬੰਦਾ ਦੂਜੇ ਦੇ ਭਾਵਾਂ ਦੀ, ਉਹਦੇ ਅਹਿਸਾਸਾਂ ਦੀ, ਉਹਦੇ ਮਨੋਭਾਵਾਂ ਦੀ ਹੱਤਕ ਕਰਦਾ ਹੈ। ਉਸ ਸਮੇਂ ਦੇ ਵਿੱਚ ਨਿਮਰਤਾ ਦੇ ਵਿੱਚ ਵੀ ਜਿਉਣਾ ਆਪਣੇ ਆਪ ਦੇ ਵਿੱਚ ਡੈਥ ਵਰਗਾ ਹੀ ਹੈ ਕਿ ਬੰਦੇ ਦੀ ਹੋਂਦ ਪੂਰੀ ਹੁੰਦੀ ਹੈ। ਹੋਂਦ ਹੁੰਦਿਆਂ ਹੋਇਆਂ ਵੀ ਉਸ ਹੋਂਦ ਦਾ ਅਪਮਾਨ ਜਾਂ ਉਸ ਹੋਂਦ ਦੇ ਤਿਰਸਕਾਰ ਨੂੰ ਸਹਿ ਜਾਣਾ, ਇਹ ਵੀ ਨਿਮਰਤਾ ਇੱਕ ਤਰ੍ਹਾਂ ਦਾ ਡੈਥ ਵਰਗਾ ਹੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਰਨੇ ਤੇ ਕਿਆ ਡਰਪਨਾ। ਜੇ ਤੈਨੂੰ ਹੁਣ ਰੱਬੀ ਗੁਣ ਧਾਰਨ ਕਰਦਿਆਂ ਮਰਨਾ ਪੈ ਰਿਹਾ, ਭਾਵ ਕਿ ਤੇਰੀ ਹਉਮੈ ਵਾਲੀ ਹੋਂਦ ਮਿਟ ਰਹੀ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਡਰਪਣਾ ਇਸ ਗੱਲ ਤੋਂ, ਜਦੋਂ ਭਗਤੀ ਮਾਰਗ 'ਤੇ ਚੱਲ ਹੀ ਪਏ ਹੈ। ਜੇ ਸਿੱਖ ਨਾਮ ਧਰਾ ਹੀ ਲਿਆ, ਅੰਮ੍ਰਿਤ ਵੇਲੇ ਦੀ ਸਾਧਨਾ, ਆਪਣੀ ਦਸਾਂ ਨੌਹਾਂ ਦੀ ਕਿਰਤ, ਸਤ ਸੰਗਤ ਦਾ ਅਭਿਆਸ, ਗੁਰੂ ਕੇ ਸਿਧਾਂਤਾਂ ਨੂੰ ਪ੍ਰਣਾਉਣ ਵਾਲਾ ਜੀਵਨ ਜੇ ਧਾਰਨ ਕਰ ਹੀ ਲਿਆ ਹੈ, ਜੇ ਮਤਲਬ ਉਂਝ ਥੋੜ੍ਹਾ ਜਿਹਾ ਦੇਖ ਕੇ ਕਿ ਚੰਗਾ ਲੱਗਦਾ। ਹੁਣ ਬਹੁਤੇ ਲੋਕ ਐਂ ਹੀ ਕਰਦੇ ਨੇ ਕਿ ਧਰਮ ਦਾ ਥੋੜ੍ਹਾ ਜਿਹਾ, ਜਿਹੜੇ ਧਰਮ ਵਿੱਚ ਵਿਚਰਦੇ ਉਹਨਾਂ ਨੂੰ ਦੇਖ ਕੇ ਇਹਨਾਂ ਨੂੰ ਚੰਗਾ ਲੱਗਦਾ ਹੈ ਅਤੇ ਕਹਿੰਦੇ ਅਸੀਂ ਵੀ ਧਰਮੀ ਹੋ ਜਾਈਏ। ਇਹਦਾ ਲਿਟਰਲ ਜਿਹਾ ਮਤਲਬ ਬਹੁਤ ਹਲਕਾ ਜਿਹਾ ਅਰਥ ਇਹ ਬਣਦਾ ਹੈ ਕਿ ਕਈ ਵਾਰੀ ਅੰਮ੍ਰਿਤਧਾਰੀ ਬੰਦਿਆਂ ਦਾ ਜੀਵਨ ਦੇਖ ਕੇ ਕਈ ਅੰਮ੍ਰਿਤ ਕੀ ਦਾਤ ਗ੍ਰਹਿਣ ਕਰ ਲੈਂਦੇ ਨੇ, ਉਹ ਬਾਅਦ ਦੁਨਿਆਵੀ ਰਸ-ਕਸ ਉਹਨਾਂ ਨੂੰ ਜ਼ਿਆਦਾ ਭਰਮਾਉਣ ਲੱਗ ਪੈਂਦੇ ਨੇ। ਉਹ ਨਾ ਉੱਧਰ ਦੇ ਰਹਿੰਦੇ ਨੇ ਨਾ ਗੁਰੂ ਕੇ ਜੀਵਨ ਵਾਲੇ ਰਹਿੰਦੇ ਨੇ, ਉਹਨੂੰ ਵੀ ਤਲਾਂਜਲੀ ਦੇ ਬੈਠਦੇ ਨੇ ਅਤੇ ਉੱਧਰੋਂ ਵੀ ਅਧੂਰੇ ਜੇ ਸਾਬਤ ਹੋ ਜਾਂਦੇ ਨੇ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੀ ਹੋਏ ਪਰੀ। ਜਦੋਂ ਤੈਨੂੰ ਧਰਮ ਦੀ ਸਾਧਨਾ ਨੇ ਆਪਣੇ ਤਰਫ ਆਕਰਸ਼ਿਤ ਕੀਤਾ ਤਾਂ ਤੈਨੂੰ ਆਪਣੀ ਹਾਲਤ ਵਾਚ ਲੈਣੀ ਚਾਹੀਦੀ ਸੀ ਕਿ ਮੈਂ ਇਹਦੇ ਨਾਲ ਓਨਾ ਨਿਭ ਸਕਦਾ ਕਿ ਨਹੀਂ। ਜਿੰਨੀ ਮੰਗ ਹੈ, ਜਿੰਨੀ ਗੁਰੂ ਨੇ ਇੱਕ ਸਿੱਖ ਦੇ ਜੀਵਨ ਤੋਂ ਅਪੇक्षा ਰੱਖੀ ਹੈ, ਜੇ ਓਨੀ ਮੈਂ ਪੂਰੀ ਕਰ ਸਕਦਾ ਠੀਕ ਹੈ, ਨਹੀਂ ਤਾਂ ਇਸ ਮਾਰਗ ਦੇ ਉੱਪਰ ਕਹਿੰਦੇ ਚਲੋ ਦੂਜੀ ਗੱਲ, ਜੇ ਨਹੀਂ ਪੂਰੀ ਕਰ ਸਕਦਾ, ਮੰਨ ਲਾ ਕਿਤੇ ਅਚੇਤ ਰੂਪ ਦੇ ਵਿੱਚ ਤੇਰੇ ਤੋਂ ਇਹ ਕਦਮ ਰੱਖਿਆ ਵੀ ਗਿਆ, ਉਦੋਂ ਤੇਰਾ ਪੂਰਾ ਅੰਦਰੂਨ ਮਜ਼ਬੂਤ ਨਹੀਂ ਸੀ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇੱਕ ਸਤੀ ਤੋਂ ਪ੍ਰੇਰਣਾ ਲੈ ਲੈ ਕਿ ਉਹ ਭਾਵੇਂ ਮਜਬੂਰੀ ਦੇ ਵਿੱਚ ਜਾਂ ਬੜੀ ਕਸ਼ਟ ਦੇ ਵਿੱਚ ਉਹ ਸਿਧੌਰੇ ਦਾ ਥਾਲ ਪਕੜਦੀ ਹੈ, ਪਰ ਮੁੜ ਕੇ ਪਰਵਾਹ ਨਹੀਂ ਕਰਦੀ ਕਿ ਹੁਣ ਅੱਗ ਜਿਹੜੀ ਅੱਗ 'ਚ ਮੈਂ ਛਾਲ ਮਾਰਨੀ ਹੈ ਉਹ ਮੈਨੂੰ ਸਾੜੇਗੀ ਅਤੇ ਮੇਰਾ ਜੀਵਨ ਖਤਮ ਹੋ ਜਾਏਗਾ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਧਰਮ ਦਾ, ਅਧਿਆਤਮ ਦਾ ਮਾਰਗ ਚੁਣ ਹੀ ਲਿਆ ਹੈ ਅਤੇ ਉਹਦੀ ਜਿਹੜੀ ਮੰਗ ਹੈ ਉਹਨੂੰ ਪੂਰਿਆਂ ਕਰਨ ਦੇ ਲਈ ਜੇ ਜੀਵਨ ਦੇ ਵਿੱਚ ਕਸ਼ਟ ਵੀ ਬਣਦਾ ਹੈ ਤਾਂ ਉਹਨੂੰ ਜਰਨਾ ਸਿੱਖ, ਇਹੀ ਤੈਨੂੰ ਪੂਰਨ ਬਣਾਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਦੌਰਾ ਲੀਨ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਾਂਗੇ, ਗੱਲ ਵਧੇਰੇ ਸਪਸ਼ਟ ਹੋ ਜਾਏ। ਕਹਿੰਦੇ ਕੋਈ ਇੱਕ ਨੌਜਵਾਨ
ਕਿਸੇ ਮਹਾਤਮਾ ਦੇ ਕੋਲੋਂ ਦੀਕਸ਼ਾ ਲੈ ਕੇ ਤੇ ਫਕੀਰ ਬਣ ਗਿਆ। ਤਾਂ ਕਾਫੀ ਸਮਾਂ ਉਹਦੇ ਆਸ਼ਰਮ 'ਚ ਰਿਹਾ। ਤਾਂ ਉਹ ਬਾਅਦ 'ਚ ਕਹਿਣ ਲੱਗਾ ਜੀ ਮੈਨੂੰ ਆਗਿਆ ਦਿਓ, ਮੈਂ ਜਾਣਾ ਹੈ। ਉਹ ਮਹਾਤਮਾ ਕਹਿਣ ਲੱਗਾ ਕੁਝ ਕੁ ਸਾਲ ਹੋਰ ਗੁਜ਼ਾਰ ਲੈ, ਅਜੇ ਤੇਰਾ ਫਲ ਕੱਚਾ ਹੈ। ਉਹ ਕਹਿਣ ਲੱਗਾ ਨਹੀਂ ਜੀ, ਫਲ ਮੇਰਾ ਪੱਕ ਗਿਆ, ਮੈਨੂੰ ਆਗਿਆ ਦਿਓ, ਮੈਂ ਹੁਣ ਆਮ ਜੀਵਨ ਦੇ ਵਿੱਚ ਵਿਚਰਾ ਰਹਾਂਗਾ, ਮੈਂ ਫਕੀਰ ਰੂਪ ਦੇ ਵਿੱਚ ਹੀ। ਉਹ ਮਹਾਤਮਾ ਕਹਿਣ ਲੱਗਾ ਨਹੀਂ, ਐਸਾ ਨਹੀਂ ਹੈ, ਤੂੰ ਮੇਰਾ ਸ਼ਿਸ਼ ਹੈ, ਮੈਂ ਤੈਨੂੰ ਵਾਚਿਆ ਹੋਇਆ, ਇਸ ਕਰਕੇ ਕੁਝ ਸਾਲ ਮੇਰੇ ਆਸ਼ਰਮ 'ਚ ਹੋਰ ਗੁਜ਼ਾਰ ਲੈ, ਫਿਰ ਮੈਂ ਤੈਨੂੰ ਆਗਿਆ ਦੇ ਦਾਂਗਾ। ਉਹ ਨਹੀਂ ਮੰਨਿਆ, ਕਹਿਣ ਲੱਗਾ ਜੀ ਨਹੀਂ, ਮੇਰਾ ਜੀਵਨ ਪੱਕ ਗਿਆ। ਚਲਾ ਗਿਆ ਮਹਾਤਮਾ ਦੇ ਕੋਲੋਂ ਜ਼ਬਰਦਸਤੀ ਆਗਿਆ ਲੈ ਕੇ। ਥੋੜ੍ਹੇ ਕੁ ਸਾਲਾਂ ਬਾਅਦ ਉਹ ਮਹਾਤਮਾ ਭ੍ਰਮਣ ਕਰਦੇ ਕਿਸੇ ਨਗਰ ਦੇ ਵਿੱਚ ਲੰਘ ਰਹੇ ਸਨ ਅਤੇ ਉਸ ਨਗਰ ਦੇ ਵਿੱਚ ਇੱਕ ਇਨਸਾਨ ਦੀ ਚਰਚਾ ਛਿੜੀ, ਬੜੀ ਨਿੰਦਿਆ ਭਰੀ ਕਿ ਬੜੇ ਅਵਗੁਣੀ ਕਰਮ ਕਰਦਾ ਹੈ, ਬੜੇ ਮਲੀਨ ਕਰਮ ਨੇ। ਤਾਂ ਮਹਾਤਮਾ ਨੇ ਉਹਦਾ ਨਾਮ ਸੁਭਾਵਕ ਪੁੱਛਿਆ। ਜਦੋਂ ਨਾਮ ਦੱਸਿਆ ਗਿਆ, ਉਹ ਮਹਾਤਮਾ ਨੇ ਕਿਹਾ ਕਿ ਮੈਂ ਉਹਨੂੰ ਮਿਲਣਾ ਚਾਹੁੰਦਾ। ਉਹ ਜਦੋਂ ਮਿਲਣ ਗਿਆ, ਦੇਖਿਆ ਕਿ ਉਹਦੀ ਬੜੀ ਭੈੜੀ ਹਾਲਤ, ਸਾਰੇ ਨਗਰ ਵਿੱਚ ਉਹਦਾ ਅਪਜਸ ਹੁੰਦਾ ਹੈ। ਜਾ ਕੇ ਪੁੱਛਣ ਲੱਗਾ ਅਤੇ ਮਹਾਤਮਾ ਨੇ ਉਹਨੂੰ ਜਾ ਕੇ ਯਾਦ ਕਰਾਇਆ। ਕਹਿਣ ਲੱਗਾ ਕਿ ਤੇਰਾ ਫਲ ਕੱਚਾ ਹੈ ਕਿ ਪੱਕ ਗਿਆ? ਉਹ ਕਹਿੰਦਾ ਜੀ ਕੱਚਾ ਸੀ ਅਤੇ ਕੱਚਾ ਹੀ ਰਹਿ ਗਿਆ। ਭਾਵ ਕੀ ਹੈ ਕਿ ਜੇ ਧਰਮ ਦੀ ਸਾਧਨਾ ਸਾਲ 2 ਸਾਲ ਨਾਲ ਪੂਰੀ ਹੋ ਜਾਂਦੀ ਹੋਵੇ ਤਾਂ ਸਾਰੀ ਦੁਨੀਆ ਹੀ ਧਰਮੀ ਹੋ ਜਾਏ, ਸਾਰੇ ਮਨੁੱਖ ਸਤਸੰਗੀ ਹੋ ਜਾਣ। ਜੇ ਸਾਲ 1.5 ਸਾਲ ਨਾਲ ਹੀ ਗੱਲ ਬਣਦੀ ਹੋਵੇ, ਬਸ ਦੁਨੀਆਦਾਰੀ ਦੇ ਸਿਲਸਿਲੇ ਬਾਅਦ ਚਲਾਓ। ਦੁਨੀਆ ਦੀ ਸਿਖਰਲੀ ਡਿਗਰੀ ਹੈ PhD ਜਾਂ ਮੈਡੀਕਲ ਸਾਇੰਸ ਦੇ ਵਿੱਚ MBBS MD ਹੈ, ਜਾਂ ਹੋਰ ਵੀ ਅੱਜ ਕੱਲ੍ਹ ਪੋਸਟ ਡਾਕਟਰਲ ਆ ਗਈਆਂ ਨੇ, ਜਾਂ ਹੋਰ ਬਹੁਤ ਅੱਗੇ ਨੇ। ਮਤਲਬ ਜੇ ਉਹਦੀ ਕਮਾਈ ਦੇ ਲਈ ਮਨੁੱਖ ਨੂੰ 15-20 ਸਾਲ ਲੱਗ ਸਕਦੇ ਨੇ, ਤਾਂ ਅਧਿਆਤਮ ਦੀ ਕਮਾਈ ਦੇ ਲਈ ਮਨੁੱਖ ਨੂੰ ਸਾਲ 2 ਸਾਲ 'ਚ ਕਿਵੇਂ ਗੱਲ ਸੰਭਵ ਹੋ ਸਕਦੀ? ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਰਨੇ ਤੇ ਕਿਆ ਡਰਪਨਾ। ਔਰ ਦੂਜੀ ਗੱਲ, ਜਿਹੜਾ ਅਧਿਆਤਮ ਦਾ ਮਾਰਗ ਹੈ ਸਾਡੇ ਮਰਨ ਦੀ ਮੰਗ ਕਰਦਾ। ਮਰਨ ਦੀ ਮੰਗ ਕਰਦਾ ਮਤਲਬ ਕੀ ਹੈ ਕਿ ਜਿਹੜੀ ਹੰਕਾਰ ਵਾਲੀ ਹਸਤੀ ਹੈ ਉਹਨੂੰ ਮੇਟ ਦਿੱਤਾ ਜਾਵੇ, ਅਤੇ ਨਿਮਰਤਾ ਰੂਪ ਜਿਹੜੀ ਘਾਹ ਦੇ ਤਿਣਕੇ ਵਰਗਾ ਜੀਵਨ ਹੈ ਉਹਨੂੰ ਅਪਣਾ ਲਿਆ ਜਾਵੇ, ਅਤੇ ਜਿਹੜਾ ਹਲਕਾਏ ਕੂਕਰ ਦੀ ਨਿਆਈ ਵਿਸ਼ਿਆਂ ਦੇ ਮਗਰ ਲੱਗ ਕੇ ਭਟਕਣ ਵਾਲਾ ਜੀਵਨ ਹੈ ਉਹਨੂੰ ਛੱਡ ਕੇ ਅਤੇ ਰੁੱਖ ਵਰਗਾ ਥਿਰ ਜੀਵਨ ਅਪਣਾਇਆ ਜਾਵੇ। ਅਤੇ ਇਹ ਸਾਰਾ ਐਕਸਪੀਰੀਅੰਸ ਇਹੀ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿਆ ਡਰਪਨਾ, ਜਦੋਂ ਚੱਲ ਹੀ ਪਏ ਹੋ ਤਾਂ ਫਿਰ ਡਰਪਨਾ ਕਿਉਂ, ਦੋਹਰਾ ਸੁਭਾਵ ਕਿਉਂ ਰੱਖਣਾ? ਜਬ ਹਾਥ ਸਿਦੌਰਾ ਲੀਨ, ਗੁਰਬਾਣੀ 'ਚ ਵਾਕ ਆਉਂਦਾ ਨਾ, ਭਗਤ ਕਬੀਰ ਸਾਹਿਬ ਜੀ ਦਾ ਖਿਆਲ ਹੈ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ, ਸਤੀ ਕੇ ਸਾਂਚੇ ਭਾਂਡੇ ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੈ ਮਰੈ ਸਿਧ ਪਾਈਐ ਲੀਨੋ ਹਾਥ ਸੰਦੌਰਾ। ਕਹਿੰਦੇ ਹੁਣ ਤੱਕ ਕਿਉਂ ਭਰਮ ਛੱਡਦਾ ਫਿਰਦਾ? ਬੜੇ ਵੈਸੇ ਇਸ ਗੱਲ ਦੇ ਬੜੇ ਨੀਵੇਂ ਮੀਨਿੰਗ ਵੀ ਬਣਦੇ, ਮੈਂ ਆਪਦੇ ਨਾਲ ਸਾਂਝੇ ਨਹੀਂ ਕਰਾਂਗਾ, ਪਰ ਇਸ ਦਾ ਭਾਵ ਹੈ ਕਿ ਜੇ ਧਰਮ ਦੇ ਮਾਰਗ 'ਤੇ ਚੱਲ ਰਹੇ ਹੋ ਤਾਂ ਜਿਹੜੀ ਧਰਮ ਦੇ ਸਾਧਨਾ ਦੀ ਮੰਗ ਪੂਰੀ ਕਰਨ ਦੇ ਲਈ ਯਤਨ ਹੋਣਾ ਚਾਹੀਦਾ, ਉਹਨੂੰ ਧਾਰਨ ਕਰਨਾ ਚਾਹੀਦਾ, ਅਤੇ ਉਹਦੇ ਲਈ ਭਾਵੇਂ ਕਿੰਨਾ ਵੀ ਯਤਨ ਲੱਗੇ, ਕਿੰਨਾ ਵੀ ਬਲ ਮਨੁੱਖ ਦਾ ਕਿਉਂ ਲੱਗੇ। ਕਬੀਰ ਰਸ ਕੋ ਗਾਂਡੋ ਚੂਸੀਐ, ਗੁਣ ਕਉ ਮਰੀਐ ਰੋਏ। ਤਾਂ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਕਬੀਰ ਰਸ ਕੋ ਗਾਂਡੋ ਚੂਸੀਐ, ਗੰਨੇ ਵਿੱਚੋਂ ਰਸ ਪ੍ਰਾਪਤ ਕਰਨਾ ਹੈ, ਉਹਦੇ ਵਿੱਚ ਰਸ ਦਾ ਮਿਠਾਸ ਦਾ ਗੁਣ ਹੈ, ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦੀ ਮਿਠਾਸ ਦਾ ਗੁਣ ਤਾਂ ਪ੍ਰਗਟ ਹੁੰਦਾ ਹੈ ਮਰੀਐ ਰੋਏ, ਜਾਂ ਉਹਨੂੰ ਉਹਦੇ ਵੇਲਣੇ ਦੇ ਵਿੱਚ ਪੀੜਨਾ ਪੈਂਦਾ ਹੈ, ਬਿਲਕੁਲ ਪੀੜਨਾ ਪੈਂਦਾ ਹੈ, ਅਤੇ ਫਿਰ ਉਹਦਾ ਮਿਠਾਸ ਦਾ ਗੁਣ ਪ੍ਰਗਟ ਹੁੰਦਾ ਹੈ। ਅਤੇ ਜੇ ਮਨੁੱਖ ਵੈਸੇ ਕੋਈ ਗੰਨਾ ਚੂਪਣਾ ਚਾਹੇ ਤਾਂ ਉਹ ਆਪਣੀ ਉਹਦੀ ਨਿੱਕੀ ਨਿੱਕੀ ਡੱਕੀ ਨੂੰ ਆਪਣੇ ਦੰਦਾਂ ਥੱਲੇ ਦਬਾ ਕੇ ਉਹਦਾ ਰਸ ਕੱਢਦਾ। ਮਤਲਬ ਗੰਨੇ ਨੂੰ ਆਪਣੀ ਮਿਠਾਸ ਵਾਲਾ ਗੁਣ ਪ੍ਰਗਟ ਕਰਨਾ ਹੈ, ਅਤੇ ਉਹਨੂੰ ਆਪਣਾ ਜਿਹੜਾ ਪਹਿਲਾ ਰੂਪ ਬਣਿਆ ਉਹਨੂੰ ਜਾਂ ਤਾਂ ਵੇਲਣੇ 'ਚੋਂ ਲੰਘਾਉਣਾ ਪੈਂਦਾ ਹੈ, ਜਾਂ ਮਨੁੱਖ ਦੇ ਦੰਦਾਂ ਥੱਲੇ ਬਾਰ-ਬਾਰ ਦੱਬ ਕੇ ਅਤੇ ਆਪਣੀ ਉਹ ਪਹਿਲੀ ਹਸਤੀ ਛੱਡਣੀ ਪੈਂਦੀ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਵਗਨਿਆਰੀ ਮਾਨਸ ਹੈ, ਭਲੋ ਨਾ ਕਹ ਹੈ ਕੋਏ। ਅਤੇ ਇਸੇ ਪ੍ਰਕਾਰ ਕਹਿੰਦੇ ਜਿਹੜਾ ਗੁਣ ਹੈ, ਜਿਹਨੇ ਆਪਣੇ ਅੰਦਰ ਗੁਣ ਧਾਰਨ ਕਰਨਾ ਜਾਂ ਗੁਣ ਨੂੰ ਸਮਾਉਣਾ ਹੈ ਜਾਂ ਆਪਣੇ ਗੁਣ ਦੀ ਮਹਿਕ ਪ੍ਰਗਟ ਕਰਨੀ ਹੈ, ਉਹਨੂੰ ਮਰਨਾ ਹੀ ਪਏਗਾ। ਅਤੇ ਜਿਹੜਾ ਅਵਗੁਣ ਵਾਲਾ ਹੈ ਉਹਨੂੰ ਕੋਈ ਭਲਾ ਨਹੀਂ ਕਹਿੰਦਾ। ਇਹਦਾ ਭਾਵ ਇਹ ਹੈ ਕੋਈ ਦੁਨੀਆ ਦੇ ਵਿੱਚ ਇਹ ਪਹਿਲੇ ਸ਼ਲੋਕ ਦੇ ਨਾਲ ਹੀ ਇਹਦਾ ਭਾਵ ਜੁੜਦਾ ਹੈ ਕਿ ਅਗਰ ਅਸੀਂ ਇਹ ਸੋਚੀਏ ਕਿ ਥੋੜ੍ਹੀ ਥੋੜ੍ਹੀ ਸਾਧਨਾ ਕਰਕੇ ਅਸੀਂ ਬੰਦਗੀ ਮਾਰਗ 'ਤੇ ਪੂਰੇ ਨਿਭ ਜਾਈਏ, ਐਸਾ ਨਹੀਂ ਹੈ। ਦੇਖੀਦਾ ਸਿੱਖਾਂ ਦੀ ਸਾਧਨਾ ਵਿਕੋ ਲਿੱਤਰੀ ਜੀ ਹੁੰਦੀ ਹੈ। ਮੈਂ ਕਿਸੇ ਵਿਦਵਾਨ ਨੂੰ ਪੁੱਛਿਆ
कि कहन लगा कि सिख का जीवन बड़ा कठिन है। मैं कहा जी कोई प्रमाण दिओ। कहता देखो जिस वेले दे विच दुनिया कहती है कि नींद बड़ी मिठी आउंदी है, गूढ़ी आउंदी है, कहते गुरु का हुक्म है कि उस वेले उठ के अपने आत्म कर्म वाले पासे लग जा। कहते जिस समय दे विच दुनिया कह रही है कि ठगी तो बिना बेईमानी तो बिना घर ही नहीं चल सकता, कहते उस समय दे विच संतोख का गहना पा के रखना ये सौखा है किते। कहता जिस समय दे विच मनुख विषयां दे मगर भरम के ते सारा दिन हलकाए कूकर दी न्याई भजदा रहिंदा है, कहते उस समय दे विच गुरबाणी कहती है कि विकारां दे पंजां दूतां नूं शांत करके ते एकागर हो के बह। फिर कहते जिस समय दे विच निज प्रस्ती इन्नी भारू है, उस समय दे विच कहा जाता है वंड छको दा सिद्धांत अपना। कहता भला किस नुकते तो जीवन सौखा है सिख दा। तो इसे प्रकार भगत कबीर साहब जी अगले श्लोक में बख्शिश करते हैं, रस को गांडो चूसी है, गन्ने अंदर मिठास है, तो गन्ना चाहुंदा मेरी मिठास का लोगों को पता लगे, तो उन्होंने वेलणे दे विच पिंजना पैंदा। कोई भी एक नहीं, बड़ियां प्रमाण ने दुनिया दे विच। गुलाब चाहुंदा मेरी गुलकंद बन जाए, मेरा अर्क बन जाए, हज़ारां गुलाबां नूं पीस के उन्होंने क्रश कर दिता जाता तां कि दा गुलकंद बन जाए। इसे प्रकार कोई लोहा चाहुंदा मैं ठीक औजार बन जावां, तो उन्होंने जिहड़ा है भट्ठी की अग विच एक बारी पूरी तरह पानी होना पैंदा। इसे प्रकार दुनिया की कोई भी वस्त है, एक पत्थर है वो कहना मैं बुत बन के पूजनीक हो जावां, उन्होंने पता नहीं बुत तराश दियां किन्नियां थौड़ियां शैणियां दियां सट्टां का सामना करना पैंदा। इसे प्रकार कोई भी रचना जिहड़ी अपने गुण नूं प्रगट करना चाहुंदी है, उन्होंने इस प्रोसैस दे विचों लंघना पैंदा। गुण कहो मरीए रोए। तो भगत कबीर साहब जी कहते इसे प्रकार जे रब्बी गुणां की महक अपने जीवन च पैदा करनी है, जे भगती की जिहड़ी महक अपने जीवन चों प्रगट करनी है, तो जिवें वेलणे दे विच गन्ना पीढ़िया जाता है, उस प्रकार अपने आप नूं जिहड़ी साधना का स्वरूप बड़ा कठिन कहा जाता है, उहदे विच पीड़ना पैंदा। तो भगत कबीर साहब जी कहते गन्ना भावें पीड़िया जाता है पर उहदी मिठास का तो पता लग जाता है। इस प्रकार जिहड़ा मनुख है ही अवगुण वाला, उन्होंने भावें पीड़ दीए, भाव कि जिमें लकड़ नूं गन्ने विच पीड़ी जाइए रस थोड़ा पैदा होने वाला है उहदा। तो इस प्रकार भगत कबीर साहब जी कहते जिहड़े मनुख है ही अवगुणां दे सहित, उन्होंने कदी कोई भला नहीं कहता। तो कहते इस प्रकार बार बार तो भगत कबीर साहब जी कहते गुण कहो मरीए रोए। और दूजी गल क्या गुण कहो मरीए रोए, इहदा मतलब भाव ये है कि जदों किसी रब्बी गुण नूं धारण करना पैंदा ते जे रोंदियां करलाउंदियां भी मरना पवे, तो भगत कबीर साहब जी कहते तां भी मर जाना चंगी गल है। मतलब कि जे निमरता खिमा सहनशीलता त्याग वैराग दे गुण कमाउंदियां भावें मन ना भी सहमत होवे, तां भी भगत कबीर साहब जी कहते रोंदियां करलाउंदियां भी अगर ये गुणां नूं ग्रहण कर जावे, भाव के गन्ने का भी चीथड़ा चीथड़ा हो जाता है पर वो मंजिल ये भी है कि वह रस भी प्रगट हो जाता है। तो जे जीवन नूं अध्यात्मिक साधना के कठिन ਪ੍ਰੀਖਿਆਵਾਂ ਦੇ ਵਿੱਚੋਂ कठिन ढंग के नाल लंघा के प्रवान चढ़ाउणा पवे, तो भगत कबीर साहब जी कहते हो जाना चाहिए। अगे जो शब्द वरत्या ना गुण को मरीए रोए, तो यदा भाव यह है, मैं इस गल नूं इतिहास के प्रमाण के नाल आपदे सन्मुख रखां कि गुरसिखां ने कहा कि साडा हिरदा गुरु प्रीत दे विच विझा होया है, चाहे सानू जाल दिता जाए, चाहे कट दिता जाए, चाहे पीड़ दिता जाए, साडी जिहड़ी प्रीत है उहदे विच कोई फर्क नहीं आएगा, कोई किसी प्रकार का घाट नहीं आएगी। इस गल नूं संसार ने महसूस नहीं किया, संसार नहीं समझ सकिया। उस वक्त की जुलमी हुकूमत ने भाई मती दास जी वर्गिਆਂ नूं कहा कि ये गुरु प्रीत की बड़ी गल कहंदा है, कहंदा कि मेरा मुख गुरु वालों बेमुख नहीं होना चाहिए, बस इन्नी मेरी तमन्ना, बाकी जो मर्जी कर लो। तो उन्होंने कहा भाई मती दास जी नूं कि तुहाडी कोई अंतिम कारण इच्छा होवे, तो वह कहण लगे कि मैनू पहला जपजी साहब का पाठ आरंभ कर लैण दिओ, जदों आदक पाठ हो जाएगा उदों तुसीं अपना जो भी आरा चलाउणा है, जो भी करना है, वो आरंभ कर देना, तो मैं तुहानूं गुरप्रीत का प्रमाण दे दिआंगा। पाठ आरंभ करके जद ही आरा चलाउणा शुरू होया, जदों अद्धे क पाठ तो बाद उधरों पूरा तन चीरिया गया तो उधरों पाठ का प्रवाह श्लोक तक पुज गया तो देह दो फाड़ हो गई है, पर उहदे विचों आवाज़ प्रगट हो रही है, जिनी नाम ते आया गए मसक्कत काल, नानक ते मुख उजले केती छुट्टी नाल,
ਭਾਵ ਕਿ ਜੇ ਪ੍ਰੀਤ ਅੰਤਮ ਸਵਾਸ ਤੱਕ ਨਿਭਦੀ ਹੈ, ਜੇ ਰੱਤਿਆ ਹੋਵੇ ਬੰਦਾ। ਜਿਵੇਂ ਹੁਣ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦਾ ਜੀ ਇਹ ਗੱਲ ਨਹੀਂ ਹੋ ਸਕਦੀ। ਮੈਂ ਕਿਹਾ ਜੇ ਦੁਨੀਆ ਦੇ ਵਿੱਚ ਮੋਹ ਵਿੱਚ ਪਿਆ ਹੋਇਆ ਬੰਦਾ ਅੰਤਮ ਸਮੇਂ ਧੀਆਂ ਪੁੱਤਰਾਂ ਨੂੰ ਆਵਾਜ਼ ਮਾਰ ਸਕਦਾ ਹੈ, ਜਾਂ ਇਹੀ ਕਹਿ ਸਕਦਾ ਕਿ ਮੇਰੇ ਨੇੜੇ ਨੇੜੇ ਆ ਜਾਓ, ਅਤੇ ਜਿਹੜੇ ਬੰਦੇ ਨੇ ਭਲਾ ਗੁਰੂ ਨੂੰ ਜੀਵਨ ਅਰਪਣ ਕੀਤਾ ਹੋਵੇ ਅਤੇ ਉਹਦਾ ਤਨ ਬਿਨਸਣ ਤੋਂ ਬਾਅਦ ਗੁਰੂ ਦੀ ਸੱਦ ਉਹਦੇ ਸਰੀਰ 'ਚੋਂ ਨਹੀਂ ਸੁਣਾਈ ਦੇ ਸਕਦੀ। ਸਪਸ਼ਟ ਜਿਹਾ ਹੀ ਹੈ ਕਿ ਜੇ ਦੁਨੀਆ ਦੇ ਵਿੱਚ ਜਿਵੇਂ ਬੰਦਾ ਔਲਾਦ, ਘਰ, ਪਦਾਰਥ, ਮਾਇਆ ਦੇ ਮੋਹ ਵਿੱਚ ਹੁੰਦਾ ਹੈ, ਅਤੇ ਮਰਨ ਸਮੇਂ ਮੈਂ ਦੇਖੇ ਨੇ 3-4 ਸਿਲਸਿਲੇ ਐਸੇ ਕਿ ਉਹਨਾਂ ਨੇ ਮੰਗ ਕੀਤੀ, ਪੁੱਤਰ ਵਿਦੇਸ਼ ਦੇ ਵਿੱਚ ਸੀ, ਕਹਿੰਦੇ ਬਾਕੀ ਜੋ ਮਰਜ਼ੀ ਕਰ ਦਿਓ ਉਹਨੂੰ ਮਿਲਾ ਦਿਓ ਜਾਂ ਉਹਦੀ ਕੋਈ ਤਸਵੀਰ ਦਿਖਾ ਦਿਓ। ਐਂ ਦਾ ਕਿਆ ਲਾਸਟ ਸਮੇਂ ਦੇ ਵਿੱਚ ਜੇ ਇੱਕ ਦੁਨੀਆਦਾਰੀ ਦੇ ਮੋਹ ਵਿੱਚ ਮਰਨ ਵਾਲਾ ਬੰਦਾ ਅੰਤਮ ਸਮੇਂ ਇਹ ਕਹਿ ਸਕਦਾ ਹੈ, ਅਤੇ ਜਿਹੜਾ ਗੁਰੂ ਪ੍ਰੀਤ ਦੇ ਵਿੱਚ ਸ਼ੁੱਧ ਹੋ ਕੇ ਆਪਣੇ ਜੀਵਨ ਦੇ ਵਿੱਚ ਪ੍ਰਵਾਨ ਚੜ੍ਹਿਆ ਹੈ, ਅਤੇ ਉਹਦਾ ਸਰੀਰ ਬਿਨਸਣ ਦੇ ਵਿੱਚ ਉਹਦੇ ਵਿੱਚੋਂ ਉਹਦੇ ਮਾਲਕ ਦੇ ਪਿਆਰ ਦੀ ਸੱਦ ਕਿਉਂ ਨਹੀਂ ਸੁਣਾਈ ਦੇ ਸਕਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਅਵਗਨਿਆਰੀ ਮਾਨਸੈ ਭਲੋ ਨ ਕਹੈ ਕੋਏ। ਗੰਨਾ ਪੀੜ ਕੇ ਵੀ ਆਪਣੀ ਮੰਜ਼ਿਲ ਨੂੰ ਪਹੁੰਚ ਜਾਂਦਾ ਹੈ, ਅਵਗੁਣੀ ਮਨੁੱਖ ਸਾਰਾ ਜੀਵਨ ਜਿਉਂ ਕੇ ਵੀ ਵਿਅਰਥ ਰਹਿੰਦਾ ਹੈ। ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ। ਤਾਂ ਭਗਤ ਕਬੀਰ ਸਾਹਿਬ ਜੀ ਹੁਣ ਜੀਵਨ ਨੂੰ, ਮਨੋਰਥ ਨੂੰ ਚੇਤੇ ਕਰਾਉਣ ਦੇ ਲਈ ਸਾਨੂੰ ਪ੍ਰਮਾਣ ਦਿੰਦੇ ਹਨ। ਕਬੀਰ ਗਾਗਰ ਜਲ ਭਰੀ, ਮਿੱਟੀ ਦੀ ਗਾਗਰ ਹੈ, ਕਹਿੰਦੇ ਜਲ ਭਰੀ, ਜਲ ਦੇ ਨਾਲ, ਸਵਾਸਾਂ ਦੇ ਪੂੰਜੀ ਦੇ ਨਾਲ, ਜਲ ਦੇ ਨਾਲ ਭਰੀ ਹੋਈ ਹੈ। ਆਜ ਕਾਲ ਜਹ ਫੂਟ, ਹੌਲੀ ਹੌਲੀ ਸਵਾਸਾਂ ਦਾ ਪਾਣੀ ਸੁੱਕਦਾ ਜਾ ਰਿਹਾ ਹੈ। ਇੱਕ ਸਮਾਂ ਆਏਗਾ ਜਦੋਂ ਇਹ ਬਿਲਕੁਲ ਫੁੱਟ ਜਾਏਗੀ। ਗੁਰ ਜੋ ਨਾ ਚੇਤੇ ਆਪਨੋ ਅਧ ਮਾਝ ਲੀਜਹਿਗੇ ਲੂਟ। ਸਰੀਰ ਰੂਪੀ ਗਾਗਰ ਵਿੱਚੋਂ ਸਵਾਸਾਂ ਰੂਪੀ ਜਲ ਤਾਂ ਬਿਨਸ ਜਾਏਗਾ, ਪਰ ਜਿਹੜੇ ਇਸ ਜਲ ਦਾ ਪ੍ਰਯੋਗ ਨਾ ਕਰ ਸਕੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਵ ਕਿ ਜਿਹੜੇ ਗੁਰੂ ਨੂੰ ਮਿਲ ਕੇ ਆਪਣੇ ਆਤਮਿਕ ਜੀਵਨ ਦੀ ਪਿਆਸ ਨਾ ਬੁਝਾ ਸਕੇ ਜਾਂ ਉਸ ਜਲ ਦਾ ਸਦ ਪ੍ਰਯੋਗ ਨਾ ਕਰ ਸਕੇ, ਭਗਤ ਕਬੀਰ ਸਾਹਿਬ ਜੀ ਕਹਿੰਦੇ ਅਧ ਮਾਝ ਲੀਜਹਿਗੇ ਲੂਟ। ਉਹ ਰਸਤੇ ਦੇ ਵਿੱਚ ਲੁੱਟ ਲਏ ਜਾਣਗੇ। ਲੁੱਟ ਲਏ ਜਾਣ ਦਾ ਹੁਣ ਭਗਤ ਕਬੀਰ ਸਾਹਿਬ ਨੇ ਕਿਹਾ ਗਾਗਰ ਜਲ ਭਰੀ। ਦੇਖੋ ਸਾਡੇ ਜੀਵਨ, ਹੁਣ ਜਿਵੇਂ ਸਾਡਾ ਜੀਵਨ ਹੈ, ਜਦੋਂ ਆਰੰਭ ਹੁੰਦਾ ਉਦੋਂ ਤਾਂ ਨਿਸ਼ਚਿਤ ਹੁੰਦਾ ਨਾ ਕਿ ਇਹਦੇ ਵਿੱਚ ਇੰਨੇ ਕੁ ਸਵਾਸ ਪਏ ਨੇ, ਜਾਂ 20 ਸਾਲ ਦੇ ਜਾਂ 40 ਸਾਲ ਦੇ, ਪਰ ਜਦੋਂ ਜਿਉਂ-ਜਿਉਂ ਜੀਵਨ ਵੱਧਦਾ ਜਾਂਦਾ ਉਹ ਘਟਦੇ ਜਾਂਦੇ ਨੇ। ਇਸ ਕਰਕੇ ਭਗਤੀ ਦਾ ਕਰਮ ਜੀਵਨ ਦੇ ਨਾਲ ਹੀ ਆਰੰਭ ਹੋਣਾ ਚਾਹੀਦਾ, ਕਿਉਂਕਿ ਸਵਾਸ ਦੀ ਔਧ ਜਨਮ ਹੁੰਦਿਆਂ ਹੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਔਧ ਖਤਮ ਹੋ ਜਾਵੇ, ਹੁਣ ਉਦਾਹਰਨ ਦੇ ਤੌਰ 'ਤੇ ਇੱਕ ਵਿਦਿਆਰਥੀ ਇਮਤਿਹਾਨ 'ਚ ਬੈਠਦਾ ਹੈ, ਉਹਦਾ ਸਮਾਂ ਨਿਸ਼ਚਿਤ ਹੈ ਨਾ 3 ਘੰਟੇ 2 ਘੰਟੇ, ਅਤੇ ਜੇ ਉਹ ਸੋਚੇ ਕਿ ਪਹਿਲਾ ਘੰਟਾ ਮੈਂ ਕੇਵਲ ਆਪਣਾ ਉਹ ਵਿਸ਼ਾ ਹੀ ਦੇਖਦਾ ਰਹਾਂ ਜਾਂ ਆਲੇ ਦੁਆਲੇ ਧਿਆਨ ਘੁਮਾਉਂਦਾ ਰਹਾਂ, ਅਤੇ ਅੱਧੇ ਇੱਕ ਸਮੇਂ ਦੇ ਵਿੱਚ ਜਾ ਕੇ ਲਿਖਣਾ ਸ਼ੁਰੂ ਕਰਾਂਗਾ, ਭਾਵੇਂ ਕਿੰਨੀ ਵੀ ਸਪੀਡ ਨਾਲ ਲਿਖੇ, ਕੁਝ ਨਾ ਕੁਝ ਤਾਂ ਛੁੱਟ ਹੀ ਜਾਏਗਾ। ਜੇ ਬੰਦਗੀ ਦਾ ਕਰਮ ਹੀ ਜੀਵਨ ਦੀ ਅੱਧੀ ਅਵਸਥਾ ਦੇ ਵਿੱਚ ਜਾ ਕੇ ਸ਼ੁਰੂ ਕੀਤਾ ਹੈ, ਤਾਂ ਫਿਰ ਉਹ ਕਿੰਨੀ ਕੁ ਸਫਲਤਾ ਪ੍ਰਾਪਤ ਕਰ ਲਏਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਗਾਗਰ ਜਲ ਭਰੀ। ਔਰ ਦੂਜੀ ਗੱਲ, ਜਿਵੇਂ ਕੁਦਰਤੀ ਤੌਰ 'ਤੇ ਇਸ ਗੱਲ ਦੇ ਬੜੇ ਮੈਂ ਦ੍ਰਿਸ਼ ਵੀ ਦੇਖਦਾ ਰਹਿੰਦਾ ਕਈ ਵਾਰੀ, ਕੁਝ ਮੈਂ ਦੇਖਿਆ ਐਸਾ ਕਿ ਕਈ ਵਾਰੀ ਨਗਰਾਂ ਦੇ ਬਾਹਰ ਨਾ ਘੜੇ ਰੱਖੇ ਹੁੰਦੇ ਨੇ, ਅਤੇ ਗਰਮੀਆਂ ਦੇ ਵਿੱਚ ਦੇਖਿਆ ਕਿ ਉਹਨਾਂ ਵਿੱਚ ਸਵੇਰੇ ਜਲ ਭਰਿਆ ਜਾਂਦਾ ਸੀ। ਅਗਰ ਕੋਈ 2 ਦੇ 3-4 ਦਿਨ ਤੱਕ ਨਹੀਂ ਸੀ ਉਹਦੇ ਵਿੱਚੋਂ ਪੀਂਦਾ ਤਾਂ ਕੁਦਰਤੀ ਸੁੱਕ ਜਾਂਦਾ ਸੀ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਸਰੀਰ ਦੇ ਵਿੱਚ, ਹੁਣ ਸਰੀਰ ਪ੍ਰਾਣ ਕਰਕੇ ਚੱਲ ਰਿਹਾ ਹੈ, ਅਤੇ ਪ੍ਰਾਣਾਂ ਦੇ ਚਲਦਿਆਂ ਜੇ ਪ੍ਰਾਣਾਂ ਦਾ ਸਦਉਪਯੋਗ ਨਾ ਕੀਤਾ, ਫਿਰ ਇਹਨਾਂ ਦੀ ਇੱਕ ਅਸਲੀਅਤ ਖਤਮ ਹੋਣਾ ਤਾਂ ਨਿਸ਼ਚਿਤ ਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰ ਜੋ ਨਾ ਚੇਤ ਹੈ। ਆਪ ਨੂੰ ਗੁਰਬਾਣੀ 'ਚ ਵਾਕ ਆਉਂਦਾ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਕਿ ਤੈਨੂੰ ਉਹ ਹਰੇਕ ਸਵਾਹ ਦੇ ਕੇ ਜਿਉਂਦਾ ਰੱਖ ਰਿਹਾ। ਭਲਾ ਜੀ ਇੱਕ ਵਾਰੀ ਸਾਹ ਰੋਕ ਲਏ ਤਾਂ ਤੇਰੀ ਕੀ ਹਾਲਤ ਹੋਵੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਗੁਰ ਜੋ ਨਾ ਚੇਤ ਹੈ ਆਪਣੋ, ਜਿਨ੍ਹਾਂ ਨੇ ਸਵਾਸ ਲੈਂਦਿਆਂ, ਦੇਹ ਦਾ ਆਨੰਦ ਮਾਣਦਿਆਂ ਹੋਇਆਂ, ਜੀਵਨ ਦੇ ਰਸ-ਕਸ ਮਾਣਦਿਆਂ ਹੋਇਆਂ ਵੀ ਆਪਣੇ ਗੁਰ ਸਰੂਪ ਦੀ ਯਾਦ ਨੂੰ ਆਪਣੇ ਹਿਰਦੇ ਅੰਦਰ ਨਹੀਂ ਵਸਾਇਆ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਆ ਦਮਾਜ ਲੀਜਹਿਗੇ ਲੂਟ। ਉਹ ਰਸਤੇ ਦੇ ਵਿੱਚ ਲੁੱਟੇ ਜਾਣਗੇ। ਉਹਨਾਂ ਨੂੰ ਲੱਗੇਗਾ ਕਿ ਜੀਵਨ ਦਾ ਅਰਥ ਕੁਝ ਹੋਰ ਹੈ। ਇਸ ਕਰਕੇ ਉਸੇ ਤਰਫ ਹੀ ਭਰਮਦੇ ਰਹਿਣਾ ਚਾਹੀਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਹਨ, ਜੀਵਨ ਨਾਸ਼ਵਾਨ ਹੈ ਪਰ ਨਾਸ਼ਵਾਨ ਹੋਣ ਦੀ ਚਿੰਤਾ ਨਾ ਕਰੋ, ਸਗੋਂ ਭਗਤੀ ਦਾ ਉੱਦਮ ਪੈਦਾ ਕਰੋ। ਭਗਤੀ ਦਾ ਉੱਦਮ ਪੈਦਾ ਹੋ ਜਾਏਗਾ ਅਤੇ ਜਦੋਂ ਤੱਕ ਜਾ ਕੇ ਜੀਵਨ ਸਮਾਪਤ ਹੋਣਾ ਹੈ, ਉਦੋਂ ਤੱਕ ਮਨੁੱਖ ਆਪਣੇ
ਜੀਵਨ ਨੂੰ ਕਰਕੇ। ਇਸ ਕਰ ਗੁਰਬਾਣੀ ਵਿੱਚ ਆਉਂਦਾ ਨਾ, ਅਸੀਂ ਵਾਕ ਪੜ੍ਹਦੇ ਹਾਂ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਕਿ ਆਪਣੇ ਜੀਵਨ ਦੇ ਵਿੱਚ ਥਿਰ ਹੋ ਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਜਾਓ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ 4 ਸਲੋਕਾਂ ਦੁਆਰਾ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਜੀਵਨ ਦਾ ਪਰਮ ਮਨੋਰਥ ਪ੍ਰਭੂ ਦੀ ਆਰਾਧਨਾ ਕਰਕੇ ਆਪਣੇ ਜੀਵਨ ਦੇ ਪਰਮ ਉਚਾਈ ਨੂੰ ਪ੍ਰਾਪਤ ਹੋਣਾ ਹੈ। ਅਤੇ ਇਹ ਨਹੀਂ ਕਿ ਕੇਵਲ ਵਿਸ਼ਿਆਂ ਮਗਰ ਲੱਗ ਕੇ ਪੜ੍ਹਦੇ ਰਹਿਣਾ, ਕਿਉਂਕਿ ਦੇਹ ਦਾ ਭਾਂਡਾ ਇੱਕ ਵਾਰੀ ਮਿਲਦਾ ਹੈ, ਕਾਇਆ ਹਾਂਡੀ ਕਾਠ ਕੀ ਇੱਕ ਵਾਰੀ ਮਿਲਦੀ ਹੈ, ਬਾਰ-ਬਾਰ ਇਹ ਪ੍ਰਾਪਤ ਹੋਣ ਵਾਲੀ ਨਹੀਂ ਹੈ। ਇਸੇ ਪ੍ਰਕਾਰ ਜੇ ਭਗਤੀ ਦੇ ਮਾਰਗ 'ਤੇ ਚੱਲ ਪਏ ਹਾਂ ਅਤੇ ਭਗਤੀ ਮਾਰਗ ਦੇ ਲਈ ਜੋ ਸਮਰਪਣ, ਜੋ ਯਤਨ ਕਰਨਾ ਪੈਂਦਾ ਉਹਨੂੰ ਬੜੇ ਚਾਅ ਦੇ ਨਾਲ ਕਰੀਏ। ਤਾਂ ਇਸੇ ਪ੍ਰਕਾਰ ਅਗਰ ਆਪਣੇ ਜੀਵਨ 'ਚੋਂ ਰੱਬੀ ਗੁਣਾਂ ਦੀ ਮਿਠਾਸ ਪੈਦਾ ਕਰਨੀ ਹੈ ਤਾਂ ਆਪਣੀ ਹਉਂ ਨੂੰ ਪੂਰੀ ਤਰ੍ਹਾਂ ਮਿਟਣਾ ਪਏਗਾ। ਇਸੇ ਪ੍ਰਕਾਰ ਜੀਵਨ ਨਾਸ਼ਵਾਨ ਹੈ, ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਹੈ, ਪਰ ਉਸ ਤੋਂ ਪਹਿਲਾਂ ਜੇ ਇਹਦਾ ਕੋਈ ਵੱਡਾ ਪ੍ਰਯੋਗ ਕਰ ਲਿਆ ਜਾਵੇ ਤਾਂ ਜੀਵਨ ਸਫਲ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਕਰਕੇ ਨਵਾਜਿਸ਼ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਸਲੋਕਾਂ ਦੀ ਲੜੀਵਾਰ ਕਥਾ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ, ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ